वाहिगुरु जी का खालसा वाहिगुरु जी की फतेह। गुरु प्यारी साध संगत जी, आप जी जुड़ चुके हो इस विशेष गुरमत क्लास ਦੇ ਵਿੱਚ ਜਿਸ ਵਿੱਚ ਆਪਾਂ ਸਤਿਗੁਰਾਂ ਦੀ ਦਇਆ ਸਦਕਾ ਜੋ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਜਿਸ ਦਾ ਟੀਕਾ ਭਾਈ ਮਨੀ ਸਿੰਘ ਜੀ ਨੇ ਕੀਤਾ ਹੈ, ਜਿਸ ਨੂੰ ਸਿੱਖਾਂ ਦੀ ਭਗਤ ਮਾਲਾ ਕਿਹਾ ਜਾਂਦਾ ਹੈ, ਆਪਾਂ ਉਸ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਅਤੇ ਉਸ ਭਗਤ ਮਾਲਾ ਦੇ ਬਾਰੇ ਵਿਚਾਰ ਕਰ ਰਹੇ ਹਾਂ ਕਿ ਕਿਵੇਂ ਗੁਰਸਿੱਖਾਂ ਨੇ ਆਪਣੇ ਜੀਵਨ ਨੂੰ ਬਦਲਿਆ ਤੇ ਉਹ ਗੁਰੂ ਦੇ ਸ਼ਬਦ ਦੇ ਵਿੱਚ ਲੱਗ ਕੇ ਆਪਣਾ ਜੀਵਨ ਕਮਾ ਕੇ ਨਿਹਾਲ ਹੋ ਕੇ ਸੰਸਾਰ ਤੋਂ ਗਏ। ਸੋ ਉਹਨਾਂ ਦਾ ਜੀਵਨ ਜਿਹੜਾ ਹੈ ਆਪਾਂ ਵਿਚਾਰ ਰਹੇ ਹਾਂ। ਸੋ ਆਪ ਜੀ ਇਸ ਕਲਾਸ ਦੇ ਵਿੱਚ ਜੁੜ ਚੁੱਕੇ ਹੋ, ਜੁੜੀ ਹੋਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ, ਆਪਾਂ ਜੋ ਹੈ ਕੱਲ 11ਵੀਂ ਪੌੜੀ ਤੱਕ ਜੋ ਭਾਈ ਗੁਰਦਾਸ ਜੀ ਨੇ ਸਿੱਖਾਂ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਹਨ, ਗੁਰੂ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਹਨ, ਸਤ ਸੰਗਤ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਹਨ, ਉਹਨਾਂ ਦੇ ਬਾਰੇ ਆਪਾਂ ਵਿਚਾਰ ਕੀਤੀ ਹੈ। ਤੇ ਅੱਜ ਆਪਾਂ ਜੋ ਗੁਰੂ ਅਤੇ ਸਿੱਖ ਦੀ ਆਪਸ ਦੇ ਵਿੱਚ ਕੀ ਸੰਧੀ ਹੈ, ਆਪਸ ਦੇ ਵਿੱਚ ਕੀ ਸੰਬੰਧ ਹਨ ਗੁਰੂ ਅਤੇ ਸਿੱਖ ਦਾ, ਇਹਦੇ ਬਾਰੇ ਆਪਾਂ ਇਸ 12ਵੀਂ ਪੌੜੀ ਦੇ ਵਿੱਚ ਵਿਚਾਰ ਕਰਕੇ ਫਿਰ 13ਵੀਂ ਪੌੜੀ ਦੀ ਆਰੰਭਤਾ ਹੋਣੀ ਹੈ। ਤੇ 13ਵੀਂ ਪੌੜੀ ਦੇ ਵਿੱਚ ਉਹਨਾਂ ਗੁਰਸਿੱਖਾਂ ਦੇ ਨਾਮ ਆਉਣਗੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਕਮਾਇਆ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਗੁਰਮਤ ਅਨੁਸਾਰ ਢਾਲਿਆ, ਜਿਨ੍ਹਾਂ ਨੇ ਸਤਿਗੁਰਾਂ ਦੇ ਕੋਲੋਂ ਉਪਦੇਸ਼ ਸਰਵਣ ਕੀਤੇ। ਪਹਿਲੇ ਗੁਰੂ ਸਾਹਿਬਾਨ ਤੋਂ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 6ਵੇਂ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਸਮੁੱਚੇ ਸਿੱਖਾਂ ਦੇ ਨਾਵਾਂ ਦਾ ਵਰਣਨ ਭਾਈ ਗੁਰਦਾਸ ਜੀ ਨੇ ਆਪਣੀ ਇਸ 11ਵੀਂ ਵਾਰ ਦੇ ਵਿੱਚ ਕੀਤਾ ਹੈ। ਤੇ ਜੋ ਭਾਈ ਮਨੀ ਸਿੰਘ ਜੀ ਹਨ, ਉਹਨਾਂ ਨੂੰ ਸਿੱਖਾਂ ਨੇ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਸਾਨੂੰ ਉਹਨਾਂ ਸਿੱਖਾਂ ਦੇ ਜੀਵਨ ਦੇ ਬਾਰੇ ਤੇ ਕੁਝ ਦੱਸੋ ਤਾਂ ਕਿ ਅਸੀਂ ਵੀ ਆਪਣਾ ਜਿਹੜਾ ਜੀਵਨ ਹੈ ਉਹ ਸਫਲ ਕਰ ਸਕੀਏ। ਸੋ ਭਾਈ ਗੁਰਦਾਸ ਜੀ ਨੇ ਜੋ ਇਹ 11ਵੀਂ ਵਾਰ ਦੱਸੀ ਹੈ ਤੇ ਉਹਦੇ ਬਾਰੇ ਜਿਹੜੀ ਗੱਲਬਾਤ ਭਾਈ ਮਨੀ ਸਿੰਘ ਜੀ ਨੇ ਕੀਤੀ, ਜੋ ਆਪਾਂ ਉਸ ਦਿਨ ਵਿਚਾਰਿਆ ਸੀ ਕਿ ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ, ਕਿ ਗੁਰਸਿੱਖੀ ਕਿੰਨੀ ਕੁ ਬਰੀਕ ਹੈ, ਕਿਵੇਂ ਇਸ ਜੀਵਨ ਨੂੰ ਆਪਣੇ ਦੇ ਜੀਵਨ ਦੀ ਉਸਾਰੀ ਕਰਨ ਵਾਸਤੇ, ਜੀਵਨ ਨੂੰ ਸੁਚੱਜੇ ਢੰਗ ਦੇ ਨਾਲ ਜਿਹੜਾ ਹੈ ਕਮਾਉਣ ਵਾਸਤੇ ਕਿਵੇਂ ਚੱਲਣਾ ਪੈਂਦਾ ਹੈ। ਉਹਦੇ ਬਾਰੇ ਭਾਈ ਸਾਹਿਬ ਨੇ ਪਹਿਲਾਂ ਉਦਾਹਰਨਾਂ ਦੇ ਕੇ 12 ਪੌੜੀਆਂ 'ਚ ਸਮਝਾਇਆ ਕਿ ਭਾਈ ਆ ਤੇਰੇ ਜੀਵਨ ਦੇ ਵਿੱਚ ਗੱਲਾਂ ਹੋਣੀਆਂ ਚਾਹੀਦੀਆਂ ਤੇ ਫਿਰ ਤੂੰ ਇੱਕ ਗੁਰਸਿੱਖ ਕਹਾਉਣ ਦੇ ਲਾਇਕ ਹੈ। ਪਰ ਫਿਰ ਉਸ ਤੋਂ ਬਾਅਦ ਸਿੱਖਾਂ ਨੇ ਪੁੱਛਿਆ ਕਿ ਭਾਈ ਸਾਹਿਬ ਸਾਨੂੰ ਕੁਝ ਸਿੱਖਾਂ ਦੇ ਨਾਮ ਤੇ ਦੱਸੋ ਜਿਹੜੇ ਜਿਨ੍ਹਾਂ ਨੇ ਸਿੱਖੀ ਕਮਾਈ ਹੈ, ਸਾਨੂੰ ਕਿਵੇਂ ਪਤਾ ਲੱਗੇ ਕਿ ਅਸੀਂ ਸਿੱਖੀ ਕਮਾਈਏ, ਤੇ ਜੇ ਉਹਨਾਂ ਦੇ ਬਾਰੇ ਸਾਨੂੰ ਪਤਾ ਹੋਵੇਗਾ ਤੇ ਅਸੀਂ ਫਿਰ ਹੀ ਸਿੱਖੀ ਕਮਾ ਸਕਦੇ ਹਾਂ। ਸੋ ਉਹਨਾਂ ਨੇ ਫਿਰ ਉਹਨਾਂ ਸਿੱਖਾਂ ਦੇ ਨਾਮ ਜਿਹੜੇ ਹੈ ਭਾਈ ਗੁਰਦਾਸ ਜੀ ਨੇ ਅੰਕਿਤ ਕੀਤੇ ਤੇ ਭਾਈ ਮਨੀ ਸਿੰਘ ਜੀ ਨੇ ਉਹਨਾਂ ਸਿੱਖਾਂ ਦੀਆਂ ਸਾਖੀਆਂ ਲਿਖੀਆਂ ਹਨ। ਬੜੀਆਂ ਪਿਆਰੀਆਂ ਤੇ ਬੜੇ ਸੁਖੈਨ ਢੰਗ ਦੇ ਨਾਲ ਸਿੱਖਿਆਵਾਂ ਦਰਜ ਕੀਤੀਆਂ ਹਨ ਭਾਈ ਮਨੀ ਸਿੰਘ ਜੀ ਨੇ। ਤੇ ਆਪਾਂ ਜਿਹੜਾ ਹੈ ਅੱਜ ਇਹਦੇ ਬਾਰੇ ਵਿਚਾਰ ਕਰਨੀ ਹੈ। ਸਭ ਤੋਂ ਪਹਿਲਾਂ ਜੋ 12ਵੀਂ ਪੌੜੀ ਦੀ ਆਰੰਭਤਾ ਆਪਾਂ ਕਰਨੀ ਹੈ, ਜਿਹਦੇ ਵਿੱਚ ਇੱਕ ਗੁਰੂ ਅਤੇ ਸਿੱਖ ਦਾ ਸੰਬੰਧ ਕਿਵੇਂ ਦਾ ਹੈ ਉਹਦੇ ਬਾਰੇ ਗੱਲ ਹੈ। ਫਿਰ ਉਸ ਤੋਂ ਬਾਅਦ ਸਿੱਖਾਂ ਦੇ ਨਾਮ ਸ਼ੁਰੂ ਹੋਣੇ ਆ। ਸੋ ਮੈਂ ਸਭ ਤੋਂ ਪਹਿਲਾਂ ਆਪ ਜੀ ਦੀ ਸਕਰੀਨ ਦੇ ਉੱਤੇ ਇਹ 12ਵੀਂ ਪੌੜੀ ਜਿਹੜੀ ਹੈ ਉਹ ਸਾਹਮਣੇ ਰੱਖਾਂ ਸਲਾਈਡ, ਤੇ ਫਿਰ ਆਪਾਂ ਇਹਦੇ ਬਾਰੇ ਵਿਚਾਰ ਕਰਕੇ ਫਿਰ 13ਵੀਂ ਪੌੜੀ ਵਿਚਾਰਾਂਗੇ। ਹਾਂਜੀ, ਵਾਹਿਗੁਰੂ। ਸੋ ਆਪਾਂ ਸਭ ਤੋਂ ਪਹਿਲਾਂ ਇਸ ਪੌੜੀ ਦਾ ਮੂਲ ਪਾਠ ਕਰਦੇ ਹਾਂ ਜੀ। ਭਾਈ ਗੁਰਦਾਸ ਜੀ ਕਹਿੰਦੇ ਆ ਕਿ ਕਛੂ ਬੱਚਾ ਨਦੀ ਵਿੱਚ ਗੁਰਸਿੱਖ ਲਹਿਰ ਨਾ ਭਵਜਲ ਵਿਆਪੈ, ਕੂੰਜ ਬੱਚਾ ਲੈ ਉੱਡਰੈ ਸੁਨ ਸਮਾਦ ਅਗਾਧ ਨਾ ਜਾਪੈ, ਹੰਸ ਵੰਸ ਹੈ ਮਾਨਸਰ
सहज सरोवर वड परतापै, बत्तक बच्चा कोयलै, नंद नंदन वासुदेव मिलापै, रब सस चकवी तै चकोर, शिव शक्ति लंग वरै सिरापै, अनल पंख बच्चा मिलै, निराधार होए समझै आपै, गुरसिख संध मिलावनी, शब्द सुरत परचाए पछापै, गुरमुख सुख फल ਥਾਪ ਉਥਾਪੈ। ਸੋ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਆ। ਸਭ ਤੋਂ ਪਹਿਲੇ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਵੱਖ-ਵੱਖ, ਜਿਵੇਂ ਕੱਲ ਆਪਾਂ ਵਿਚਾਰਿਆ ਸੀ ਉਦਾਹਰਨਾਂ ਨੂੰ, ਉਸੇ ਤਰ੍ਹਾਂ ਉਹਨਾਂ ਨੇ ਉਦਾਹਰਨਾਂ ਦੇ ਕਰਕੇ ਸਮਝਾਇਆ ਕਿ ਗੁਰੂ ਤੇ ਸਿੱਖ ਦੀ ਆਪਸ ਦੇ ਵਿੱਚ ਕੀ ਸੰਧੀ ਹੈ, ਗੁਰੂ ਤੇ ਸਿੱਖ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ, ਉਹਦੇ ਬਾਰੇ ਉਹਨਾਂ ਨੇ ਬੜੀਆਂ ਸੁੰਦਰ ਉਦਾਹਰਨਾਂ ਦੇ ਕਰਕੇ ਸਮਝਾਇਆ ਹੈ। ਸੋ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਆ, ਕਹਿੰਦੇ ਕਛੂ ਬੱਚਾ ਨਦੀ ਵਿੱਚ, ਗੁਰਸਿੱਖ ਲਹਿਰ ਨਾ ਭਵਜਲ ਵਿਆਪੈ। ਕਹਿੰਦੇ ਜਿਵੇਂ ਕਛੂ ਦਾ ਬੱਚਾ, ਜਿਵੇਂ ਉਸ ਦਿਨ ਆਪਾਂ ਵਿਚਾਰਿਆ ਸੀ ਕਿ ਕਛੂ ਕੁੰਮੀ ਜਿਹੜੇ ਆ ਰੇਤ ਦੇ ਵਿੱਚ ਆਂਡੇ ਦੇ ਕੇ ਤੇ ਆਪ ਜਿਹੜੀ ਹੈ ਉਹ ਸਮੁੰਦਰ ਚ ਦਰਿਆ ਦੇ ਵਿੱਚ ਚਲੀ ਜਾਂਦੀ ਹੈ, ਤੇ ਪਿੱਛੋਂ ਬੱਚੇ ਨਿਕਲ ਕੇ ਇੱਥੇ ਉਹਦੇ ਪਿੱਛੇ ਲੱਗ ਜਾਂਦੇ ਆ, ਤੁਰ ਪੈਂਦੇ ਆ। ਤੇ ਭਾਈ ਗੁਰਦਾਸ ਜੀ ਕਹਿੰਦੇ ਆ ਕਿ ਜਦੋਂ ਕਛੂ ਦਾ ਬੱਚਾ ਨਿੱਕਾ ਜਿਹਾ ਹੁੰਦਾ ਹੈ, ਜਦੋਂ ਆਂਡੇ ਚੋਂ ਬਾਹਰ ਆਉਂਦਾ ਹੈ ਤੇ ਫਿਰ ਉਹ ਨਦੀ ਵੱਲ ਨੂੰ ਜਾਂਦਾ ਹੈ, ਤੇ ਨਦੀ ਦੇ ਵਿੱਚ ਜਿਹੜਾ ਕਛੂ ਹੁੰਦਾ ਹੈ, ਉਹ ਉਹਨੂੰ ਉਸ ਨਦੀ ਦੇ ਵਿੱਚ ਡੁੱਬਣ ਨਹੀਂ ਦਿੰਦਾ, ਲਹਿਰਾਂ ਦੇ ਵਿੱਚ ਖੋਣ ਨਹੀਂ ਦਿੰਦਾ, ਉਹਨੂੰ ਤੈਰਨਾ ਸਿਖਾਉਂਦਾ ਹੈ ਤਾਂ ਕਿ ਉਹ ਉਸ ਲਹਿਰ ਦੇ ਵਿੱਚ ਅੜ ਕੇ ਕਿਤੇ ਹੇਠਾਂ ਹੀ ਨਾ ਚਲਾ ਜਾਵੇ ਤੇ ਇਹ ਨਾ ਹੋਵੇ ਕਿ ਡੁੱਬ ਕੇ ਮਰ ਜਾਵੇ। ਉਹਨੂੰ ਸਿਖਾਉਂਦਾ ਹੈ ਜਾਚ ਕਿ ਕਿਵੇਂ ਤੂੰ ਇਹਨਾਂ ਲਹਿਰਾਂ ਦੇ ਉੱਤੇ ਤਰਨਾ ਹੈ, ਕਿਵੇਂ ਤਰਨਾ ਹੈ ਇਹਨਾਂ ਲਹਿਰਾਂ ਦੇ ਉੱਤੇ, ਸਾਗਰ ਦੀਆਂ ਦੇ ਉੱਤੇ, ਨਦੀ ਦੀਆਂ ਲਹਿਰਾਂ ਦੇ ਉੱਤੇ। ਤੇ ਕਛੂ ਨੂੰ ਉਹ ਆਪਣੇ ਬੱਚੇ ਨੂੰ ਕਛੂ ਜਿਹੜਾ ਹੈ ਬੜੇ ਤਰੀਕੇ ਦੇ ਨਾਲ ਸਿਖਾਉਂਦਾ ਹੈ। ਤੇ ਉਦਾਹਰਨ ਲੈ ਕੇ ਜੋ ਅੱਗੇ ਲਿਖਿਆ, ਗੁਰਸਿੱਖ ਲਹਿਰ ਨਾ ਭਵਜਲ ਵਿਆਪੇ, ਇਸੇ ਤਰ੍ਹਾਂ ਕਹਿੰਦੇ ਕਿ ਜਿਹੜੀ ਲਹਿਰ ਹੈ ਸੰਸਾਰ ਦੀ, ਇਹ ਸੰਸਾਰ ਇੱਕ ਸਮੁੰਦਰ ਹੈ ਤੇ ਇਹਦੇ ਵਿੱਚ ਮਾਇਆ ਦੀਆਂ, ਤ੍ਰਿਸ਼ਨਾ ਦੀਆਂ, ਵਿਕਾਰਾਂ ਦੀਆਂ ਲਹਿਰਾਂ ਬੜੀਆਂ ਆਉਂਦੀਆਂ, ਤੇ ਜਿਹੜਾ ਗੁਰੂ ਹੁੰਦਾ ਹੈ ਉਹ ਆਪਣੇ ਸਿੱਖ ਨੂੰ ਬਚਾ ਲੈਂਦਾ ਹੈ, ਉਹਨੂੰ ਤਰਨਾ ਸਿਖਾ ਦਿੰਦਾ ਇਸ ਸੰਸਾਰ ਦੇ ਵਿੱਚ ਕਿ ਭਾਈ ਤੂੰ ਆਪਣਾ ਜੀਵਨ ਕਿਸ ਤਰ੍ਹਾਂ ਬਤੀਤ ਕਰਨਾ। ਤੇ ਗੁਰੂ ਆਪਣੇ ਸਿੱਖ ਨੂੰ, ਜਿਵੇਂ ਕਛੂ ਦਾ ਬੱਚਾ ਬਚ ਜਾਂਦਾ ਹੈ ਜਾਂ ਕਛੂ ਦੇ ਪਿੱਛੇ ਲੱਗ ਕੇ ਨਦੀ ਦੇ ਵਿੱਚ ਡੁੱਬਣੋਂ, ਇਸੇ ਤਰ੍ਹਾਂ ਗੁਰੂ ਦਾ ਸਿੱਖ ਜਿਹੜਾ ਹੈ ਉਹ ਆਪਣੇ ਗੁਰੂ ਦਾ ਸ਼ਬਦ ਲੈ ਕੇ ਤੇ ਸੰਸਾਰ ਭਵਜਲ ਤੋਂ ਤਰਨਾ ਸਿੱਖ ਜਾਂਦਾ ਹੈ, ਸੰਸਾਰ ਦੇ ਵਿੱਚ ਨਹੀਂ ਫਸਦਾ। ਅਗਲੀ ਉਦਾਹਰਨ ਹੈ, ਕੂੰਜ ਬੱਚਾ ਲੈ ਉੱਡਰੈ, ਸੁਨ ਸਮਾਦ ਅਗਾਧ ਨਾ ਜਾਪੈ। ਕੂੰਜ ਆਪਣੇ ਬੱਚੇ ਨੂੰ ਪਾਲਦੀ ਹੈ, ਉਸ ਦਿਨ ਆਪਾਂ ਵਿਚਾਰਿਆ ਸੀ ਕਿ ਸੁਰਤ ਦੇ ਨਾਲ ਪਾਲਦੀ ਹੈ ਇਹਨਾਂ ਨੂੰ। ਤੇ ਕਹਿੰਦੇ ਜਦੋਂ ਕੂੰਜ ਦਾ ਬੱਚਾ ਉੱਡਣ ਦੇ ਲਾਇਕ ਹੋ ਜਾਂਦਾ ਹੈ, ਫਿਰ ਕੂੰਜ ਜਿਹੜੀ ਹੈ ਉਹਨੂੰ ਲੈ ਕੇ ਅਸਮਾਨ ਚ ਉੱਡ ਜਾਂਦੀ ਹੈ, ਤੇ ਫਿਰ ਅਸਮਾਨ ਚ ਜਾ ਕੇ ਉਹਨੂੰ ਖੁੱਲਾ ਛੱਡ ਦਿੰਦੀ ਹੈ, ਤੇ ਉਹ ਵੀ ਫਿਰ ਜਿਵੇਂ ਕੂੰਜ ਉਡਾਰੀ ਮਾਰਦੀ ਹੈ ਉਸ ਤਰ੍ਹਾਂ ਹੀ ਬੱਚਾ ਉਡਾਰੀਆਂ ਮਾਰ ਕੇ ਉੱਡਣਾ ਸਿੱਖ ਲੈਂਦਾ ਹੈ। ਤੇ ਇਸੇ ਤਰ੍ਹਾਂ ਕਹਿੰਦੇ ਜਿਹੜਾ ਗੁਰਸਿੱਖ ਹੁੰਦਾ ਹੈ ਨਾ, ਤੇ ਗੁਰੂ ਉਹਨੂੰ, ਉਹਦੀ ਸੁਰਤ ਨੂੰ ਇੰਨਾ ਕੁ ਉੱਚਾ ਕਰ ਦਿੰਦਾ ਹੈ ਕਿ ਉਹ ਪਾਰ ਬ੍ਰਹਮ ਅਗਾਧ ਬੋਧ ਦੀਆਂ ਜਿਹੜੀਆਂ ਉਡਾਰੀਆਂ ਹਨ, ਦਸਮ ਦੁਆਰ ਦੀਆਂ ਉਡਾਰੀਆਂ, ਉਸ ਅਕਾਲ ਪੁਰਖ ਦੇ ਦਰ ਦੀਆਂ ਉਡਾਰੀਆਂ ਲਾਉਣ ਲੱਗ ਪੈਂਦਾ। ਭਾਵ ਆਪਣੀ ਸੁਰਤ ਨੂੰ ਉਹ ਟਿਕਾ ਲੈਂਦਾ ਗੁਰਸਿੱਖ, ਕੂੰਜ ਦੇ ਬੱਚੇ ਦੀ ਤਰ੍ਹਾਂ। ਉਹ ਵੀ ਜਿਵੇਂ ਕੂੰਜ ਦਾ ਬੱਚਾ ਆਪਣੀ ਮਾਂ ਦੇ ਕੋਲੋਂ, ਕੂੰਜ ਦੇ ਕੋਲੋਂ ਉੱਡਣਾ ਸਿੱਖਦਾ ਹੈ, ਇਸੇ ਤਰ੍ਹਾਂ ਗੁਰੂ ਦਾ ਸਿੱਖ ਆਪਣੇ ਗੁਰੂ ਨਾਲ ਉਹਦੀ ਇਹੋ ਜਿਹੀ ਸੰਧੀ ਹੁੰਦੀ ਆ ਕਿ ਗੁਰੂ ਉਹਦੀ ਸੁਰਤ ਨੂੰ ਜਿਹੜਾ ਹੈ ਉਹ ਅੱਗੇ ਵਧਾ ਦਿੰਦਾ ਹੈ, ਸੁਰਤ ਨੂੰ ਜਿਹੜਾ ਟਿਕਾ ਦਿੰਦਾ ਹੈ, ਤੇ ਫਿਰ ਉਹ ਵੀ ਉੱਚੀਆਂ ਉਡਾਰੀਆਂ ਲਾਉਣ ਲੱਗ ਪੈਂਦਾ। ਸੁਨ ਮੰਡਲ ਦੀਆਂ ਉਡਾਰੀਆਂ, ਤੁਰੀਆ ਅਵਸਥਾ ਦੀਆਂ ਉਡਾਰੀਆਂ ਲਾਉਣ ਲੱਗ ਜਾਂਦਾ। ਸੁਨ ਸਮਾਦ ਅਗਾਧ ਨਾ ਜਾਪੈ, ਫਿਰ ਉਹ ਇਸ ਤਰ੍ਹਾਂ ਅਗਾਧ ਬੋਧ ਹੋ ਜਾਂਦਾ ਹੈ, ਸਮਾਧੀ ਦੇ ਵਿੱਚ ਜੁੜ ਜਾਂਦਾ ਹੈ। ਕਿਹਦੇ ਕੋਲੋਂ ਸਿੱਖਦਾ ਹੈ? ਗੁਰੂ ਦੇ ਕੋਲੋਂ। ਇਸ ਤਰ੍ਹਾਂ ਦੀ ਸੰਧੀ ਹੈ। ਹੰਸ ਵੰਸ ਹੈ ਮਾਨਸਾਰ, ਸਹਿਜ ਸਰੋਵਰ ਵੱਡ ਪਰਤਾਪੇ। ਕਹਿੰਦੇ ਜਿਵੇਂ ਹੰਸ ਹੁੰਦੇ ਆ, ਉਹਨਾਂ ਦੀ ਵੰਸ ਮਾਨਸਰ ਸਰੋਵਰ ਦੇ ਉੱਤੇ ਪਾਈ ਜਾਂਦੀ ਆ। ਹੰਸ ਮਾਨਸਰ ਸਰੋਵਰ ਤੇ ਰਹਿੰਦੇ ਆ, ਉੱਥੇ ਮੋਤੀ ਚੁਗਦੇ ਆ। ਸਹਿਜ ਸਰੋਵਰ ਵੱਡ ਪਰਤਾਪੇ, ਕਹਿੰਦੇ ਇਸੇ ਤਰ੍ਹਾਂ ਜਿਹੜੀ ਸਾਧ ਸੰਗਤ ਸਹਿਜ ਦਾ ਸਰੋਵਰ ਹੈ, ਇਹਦਾ ਬੜਾ ਵੱਡਾ ਪ੍ਰਤਾਪ ਹੈ। ਤੇ ਜਿਹੜੇ ਗੁਰਸਿੱਖ ਹੁੰਦੇ ਆ ਉਹ ਹੰਸਾਂ ਦੇ, ਜਿਵੇਂ ਹੰਸ ਮਾਨ ਸਰੋਵਰ ਤੇ ਜਾ ਕੇ ਮੋਤੀ ਚੁਗਦੇ ਆ ਨਾ, ਇਸ ਤਰ੍ਹਾਂ ਗੁਰੂ ਦਾ ਸਿੱਖ ਜਿਹੜਾ ਹੈ ਉਹ ਸਤ ਸੰਗਤ ਰੂਪੀ ਸਰੋਵਰ ਤੇ ਆਣ ਕੇ ਇੱਥੋਂ ਕੀ ਸਿੱਖਦਾ ਹੈ? ਸ਼ਬਦ ਸਿੱਖਦਾ ਹੈ, ਸ਼ਬਦ ਦੇ ਮੋਤੀ ਚੁਗਦਾ ਹੈ, ਬਾਣੀ ਪੜ੍ਹਦਾ ਹੈ, ਸਿਮਰਨ ਕਰਦਾ ਹੈ, ਨਾਮ ਜਪਦਾ ਹੈ,
इस तरह वो जिहड़ा है इस साध संगत के प्रताप रूपी सरोवर दे विच आके नाम रूपी जिहड़ा है शब्द वो उस शब्द दे मोती चुगदा है। बतक बच्चा लै कोयलै नंद नंदन वासुदेव मिलापे। जिवें आपां उस दिन विचारिया सी कि बकत दे जिहड़े आंडे वो किते कुकड़ी दे आंडिਆਂ ਨਾਲ रल जाण ते ਉਹਦੇ ਵਿੱਚੋਂ ਬੱਚਾ ਨਿਕਲ ਆਵੇ ਤੇ ਫਿਰ ਜਿਹੜਾ ਕੁਕੜੀ ਦੇ ਬੱਚੇ ਜਿਹੜੇ ਆ ਤਲਾਬ ਦੇ ਕੰਢੇ ਤੇ ਖੜੇ ਰਹਿ ਜਾਂਦੇ ਆ, ਪਰ ਬਤਕ ਦਾ ਬੱਚਾ ਜਿਹੜਾ ਹੈ ਬਤਕ ਦੇ ਪਿੱਛੇ ਲੱਗ ਕੇ ਤਲਾਬ ਦੇ ਵਿੱਚ ਵੜ ਕੇ ਪਾਣੀ 'ਚ ਤੈਰ ਜਾਂਦਾ। ਤੇ ਇਸੇ ਤਰ੍ਹਾਂ ਆਪਾਂ ਕੋਇਲ ਦਾ ਵੀ ਕੀਤਾ ਸੀ ਅਰਥ ਕਿ ਕੋਇਲ ਜਿਹੜੀ ਆ ਆਪਣੇ ਬੱਚੇ ਦਿੰਦੀ ਆ ਕੌਣੀ ਦੇ ਆਲੇ ਦੇ ਵਿੱਚ, ਪਰ ਜਦੋਂ ਉਹ ਆਵਾਜ਼ ਸੁਣਦਾ ਹੈ ਕੋਇਲ ਦੀ ਤੇ ਉਹਨੂੰ ਉਡਾ ਕੇ ਵਾਪਸ ਅੰਬ ਦੇ ਰੁੱਖ ਤੇ ਲੈ ਜਾਂਦੀ ਹੈ। ਤੇ ਇੱਕ ਨਵੀਂ ਉਦਾਹਰਨ ਵੀ ਦਿੱਤੀ ਹੈ ਕਿ ਨੰਦ ਨੰਦਨ ਵਾਸੁਦੇਵ ਮਿਲਾਪੇ। ਜਿਹੜਾ ਹੈ ਨੰਦ ਦਾ ਅਰਥ ਹੈ ਕ੍ਰਿਸ਼ਨ, ਕ੍ਰਿਸ਼ਨ ਦਾ ਜਨਮ ਜਿਹੜਾ ਸੀ ਉਹ ਵਾਸੁਦੇਵ ਦੇ ਘਰ ਹੋਇਆ ਤੇ ਪਰ ਪਾਲਿਆ ਨੂੰ ਜਿਹੜਾ ਸੀ ਗਊਆਂ ਚਾਰਨ ਵਾਲੇ ਨੇ, ਗਊ ਨੂੰ ਪਾਲਣ ਕਰਨ ਵਾਲੇ ਨੇ। ਤੇ ਉਹ ਬਾਅਦ ਵਿੱਚ ਕੀ ਹੋਇਆ ਕਿ ਜਦੋਂ ਉਹਨੂੰ ਪਤਾ ਲੱਗਾ ਮੈਂ ਖੱਤਰੀ ਵੰਸ਼ ਦਾ, ਤੇ ਉਹ ਫਿਰ ਗਊਆਂ ਨੂੰ ਛੱਡ ਕੇ ਉਸ ਆਪਣੇ ਖੱਤਰੀ ਵੰਸ਼ ਦੇ ਵਿੱਚ ਜਾ ਰਲਿਆ, ਭਾਵ ਵਾਸੁਦੇਵ ਦੇ ਨਾਲ ਦਾ ਮਿਲਾਪ ਹੋ ਗਿਆ। ਸੋ ਇਹ ਉਦਾਹਰਨ ਦਿੱਤੀ ਹੈ ਉਹਨਾਂ ਨੇ ਕਿ ਜਿਵੇਂ ਇਹ ਆਪਣੀ ਵਾਪਸ ਕੁੱਲ ਦੇ ਵਿੱਚ ਚਲੇ ਗਏ, ਵਾਪਸ ਆਪਣੇ ਜਿਹੜਾ ਹੈ ਉਹਨਾਂ ਦਾ ਆਪਣਾ ਘਰ ਸੀ, ਆਪਣਾ ਪਰਿਵਾਰ ਸੀ, ਉੱਥੇ ਜਾ ਕੇ ਰਲ ਗਏ। ਜਿਵੇਂ ਬਤਕ ਦਾ ਬੱਚਾ ਬਤਕ ਨਾਲ ਰਲ ਗਿਆ, ਕੋਇਲ ਦਾ ਬੱਚਾ ਕੋਇਲ ਨਾਲ ਰਲ ਗਿਆ ਤੇ ਕ੍ਰਿਸ਼ਨ ਜਿਹੜਾ ਸੀ ਉਹ ਵਾਸੁਦੇਵ ਨਾਲ ਮਿਲਾਪ ਹੋ ਗਿਆ। ਇਸੇ ਤਰ੍ਹਾਂ ਕਹਿੰਦੇ ਆ ਜਿਹੜਾ ਗੁਰਸਿੱਖ ਹੈ ਜੇ ਕਿਤੇ ਉਹ ਕਿਤੇ ਵਿਕਾਰਾਂ ਦੇ ਵਿੱਚ ਮੰਦੇ ਲੋਕਾਂ ਦੀ ਸੰਗਤ ਦੇ ਵਿੱਚ ਫਸ ਗਿਆ ਤੇ ਗੁਰੂ ਐਸੀ ਕਿਰਪਾ ਕਰਦਾ ਇਹਨੂੰ ਫਿਰ ਆਪਣੇ ਨਾਲ ਮਿਲਾ ਲੈਂਦਾ, ਕਿਉਂਕਿ ਗੁਰੂ ਤੇ ਸਿੱਖ ਦੀ ਇੱਕ ਸੰਧੀ ਹੈ। ਜਿੰਨਾ ਗੁਰੂ ਸਿੱਖ ਨੂੰ ਪਿਆਰ ਕਰਦਾ ਤੇ ਓਨਾ ਹੀ ਸਿੱਖ ਗੁਰੂ ਨੂੰ ਪਿਆਰ ਕਰਦਾ। ਇਸੇ ਕਰਕੇ ਉਹ ਵੀ ਉਸੇ ਤਰ੍ਹਾਂ ਹੀ ਸਿੱਖ ਨੂੰ ਫਿਰ ਸੰਗਤ ਦੇ ਵਿੱਚ ਵਾਪਸ ਮਿਲਾ ਲੈਂਦਾ ਹੈ। ਜਿਵੇਂ ਬਤਕ ਦਾ ਬੱਚਾ ਬਤਕ ਨਾਲ ਰਲ ਜਾਂਦਾ ਹੈ, ਕੋਇਲ ਦੇ ਬੱਚੇ ਨੂੰ ਕੋਇਲ ਲੈ ਜਾਂਦੀ ਹੈ ਤੇ ਨੰਦ ਜਿਹੜਾ ਸੀ ਕ੍ਰਿਸ਼ਨ ਜਿਹੜਾ ਸੀ ਵਾਸੁਦੇਵ ਦੇ ਕੋਲ ਚਲਾ ਗਿਆ ਸੀ। ਇਸੇ ਤਰ੍ਹਾਂ ਜਿਹੜਾ ਹੈ ਉਹਨਾਂ ਦਾ ਗੁਰੂ ਦੇ ਸਿੱਖ ਦਾ ਮਿਲਾਪ ਫਿਰ ਸਤ ਸੰਗਤ ਦੇ ਨਾਲ ਹੋ ਜਾਂਦਾ ਹੈ ਤੇ ਫਿਰ ਉੱਥੇ ਬੈਠ ਕੇ ਉਹ ਭਜਨ ਕਰਦਾ ਹੈ, ਵਿਕਾਰਾਂ ਦੀ ਸੰਗਤ ਜਿਹੜੀ ਉਹ ਛੱਡ ਦਿੰਦਾ ਹੈ। ਰੱਬ ਸੱਸ ਚੱਕਵੀ ਤੈ ਚਕੋਰ ਸਿਵ ਸ਼ਕਤੀ ਲੰਘ ਵਰੈ ਸਰਾਪੈ। ਕਹਿੰਦੇ ਕਿ ਰੱਬ ਦਾ ਅਰਥ ਹੁੰਦਾ ਹੈ ਸੂਰਜ ਤੇ ਸੱਸ ਦਾ ਅਰਥ ਹੁੰਦਾ ਹੈ ਚੰਦਰਮਾ। ਚੱਕਵੀ ਜਿਹੜੀ ਹੈ ਉਹ ਸੂਰਜ ਦੇ ਨਾਲ ਪਿਆਰ ਕਰਦੀ ਹੈ ਤੇ ਚਕੋਰ ਜਿਹੜਾ ਹੈ ਉਹ ਚੰਦਰਮਾ ਦੇ ਨਾਲ ਪਿਆਰ ਕਰਦਾ। ਤੇ ਕਹਿੰਦੇ ਇਸੇ ਤਰ੍ਹਾਂ ਗੁਰੂ ਦਾ ਸਿੱਖ ਦੇ ਨਾਲ ਪਿਆਰ ਹੈ ਜਿਵੇਂ ਸੂਰਜ ਦਾ ਚੱਕਵੀ ਨਾਲ ਤੇ ਚੰਦਰਮਾ ਦਾ ਜਿਹੜਾ ਚਕੋਰ ਦੇ ਨਾਲ ਪਿਆਰ ਹੁੰਦਾ ਹੈ। ਇਸ ਤਰ੍ਹਾਂ ਦਾ ਪਿਆਰ ਜਿਹੜਾ ਹੈ ਗੁਰੂ ਤੇ ਸਿੱਖ ਦਾ ਹੁੰਦਾ ਹੈ। ਦੋਵੇਂ ਇੱਕ ਦੂਜੇ ਵੱਲ ਵੇਖਦੇ ਰਹਿੰਦੇ, ਤੱਕਦੇ ਰਹਿੰਦੇ, ਭਾਵ ਸਿੱਖ ਬਾਣੀ ਦੇ ਨਾਲ ਜੁੜਿਆ ਰਹਿੰਦਾ ਹੈ ਤੇ ਗੁਰੂ ਹਮੇਸ਼ਾ ਸਿੱਖ ਦੀ ਰੱਖਿਆ ਕਰਦਾ ਹੈ। ਸਿਵ ਸ਼ਕਤੀ ਲੰਘ ਵਰੈ ਸਰਾਪੈ। ਫਿਰ ਉਹ ਸਿੱਖ ਕੀ ਕਰਦਾ ਹੈ, ਜਿਹੜੇ ਸ਼ਿਵ ਜੀ ਵਰਗੇ ਉਹਨਾਂ ਦੀਆਂ ਸ਼ਕਤੀਆਂ ਵਰਤਨ ਵਰਗੇ ਦੇਵਤੇ ਹੁੰਦੇ ਆ ਨਾ, ਉਹ ਸਾਰਾ ਕੁਝ ਛੱਡ ਦਿੰਦੇ ਆ, ਭਾਵ ਉਹਨਾਂ ਦੇ ਵੱਲ ਜਾਂਦੇ ਨਹੀਂ। ਸਾਰੇ ਵਰ ਸ਼ਰਾਪ ਜੋ ਉਹਨਾਂ ਨੂੰ ਨਾ ਮੰਨਣ ਵਾਲਿਆਂ ਦੇ ਵਰ ਸ਼ਰਾਪ ਹੁੰਦੇ ਆ ਨਾ, ਕਿ ਜੇ ਤੁਸੀਂ ਇਹਨੂੰ ਨਹੀਂ ਮੰਨੋਗੇ ਤੇ ਇਹ ਹੋ ਜਾਏਗਾ ਤੁਹਾਡੇ ਨਾਲ, ਜੇ ਤੁਸੀਂ ਇਸ ਦੇਵਤੇ ਦੀ ਮਰਿਆਦਾ ਨਾ ਮੰਨੋਗੇ ਤੁਹਾਡਾ ਜੀਵਨ ਖਰਾਬ ਹੋ ਜਾਏਗਾ। ਕਹਿੰਦੇ ਫਿਰ ਉਹ ਸਾਰੇ ਵਰ ਸ਼ਰਾਪ ਤਿਆਗ ਦਿੰਦੇ ਆ, ਉਹਨਾਂ ਸ਼ਿਵਜੀ ਵਰਗੀਆਂ ਦੇਵਤਿਆਂ ਨੂੰ ਛੱਡ ਕੇ ਉਸ ਗੁਰੂ ਦੇ ਦਰ ਤੇ ਝੁਕੇ ਰਹਿੰਦੇ ਆ। ਸਾਰੇ ਵਰ ਸ਼ਰਾਪ ਜਿਹੜੇ ਉਹਨਾਂ ਦੇ ਸਿੱਖਾਂ ਦੇ ਖਤਮ ਹੋ ਜਾਂਦੇ ਆ। ਅਨਲ ਪੰਖ ਬੱਚਾ ਲੈ ਨਿਰਾਧਾਰ ਹੋਏ ਸਮਝੇ ਆਪੇ। ਅਨਲ ਦਾ ਅਰਥ ਹੁੰਦਾ ਅਸਮਾਨ, ਪੰਖ ਦਾ ਅਰਥ ਹੈ ਪੰਛੀ। ਕਹਿੰਦੇ ਜਿਵੇਂ ਅਸਮਾਨ ਦਾ ਪੰਛੀ ਜਿਹੜਾ ਅਸਮਾਨ ਦੇ ਵਿੱਚ ਉੱਚਾ ਉੱਡ ਰਿਹਾ ਹੋਵੇ, ਬੱਚਾ ਮਿਲੇ ਤੇ ਉੱਥੇ ਜਾ ਕੇ ਉਹਦਾ ਬੱਚਾ ਨਾ ਉਹ ਵੀ ਉਹਦੇ ਕੋਲੇ ਉੱਡਣਾ ਸਿੱਖਦਾ, ਪੰਛੀ ਦੇ ਕੋਲੇ ਉਹਦਾ ਬੱਚਾ ਉਹਦਾ ਉੱਡਣਾ ਸਿੱਖਦਾ। ਨਿਰਾਧਾਰ ਹੋਏ ਸਮਝੇ ਆਪੇ। ਤੇ ਜਿਵੇਂ ਪੰਛੀ ਆਕਾਸ਼ 'ਚ ਉਡਾਰੀਆਂ ਲਾਉਂਦਾ ਤੇ ਬੱਚਾ ਵੀ ਉਸੇ ਤਰ੍ਹਾਂ ਉੱਥੇ ਉਡਾਰੀਆਂ ਲਾਉਣੀਆਂ ਸਿੱਖਦਾ। ਜਿਵੇਂ ਜਿਵੇਂ ਪੰਛੀ ਆਪ ਉੱਡਦਾ ਹੈ ਤੇ ਆਪਣੇ ਬੱਚੇ ਨੂੰ ਵੀ ਇਸੇ ਤਰ੍ਹਾਂ ਸਿਖਾਉਂਦਾ ਹੈ ਨਾ, ਤੇ ਗੁਰੂ ਜਿਹੜਾ ਆ ਉਹ ਵੀ ਆਪਣੇ ਸਿੱਖ ਨੂੰ ਇਸੇ ਤਰ੍ਹਾਂ ਹੀ ਸਮਝਾਉਂਦਾ ਹੈ, ਇਸੇ ਤਰ੍ਹਾਂ ਹੀ ਸਿਖਾਉਂਦਾ ਹੈ। ਤੇ ਫਿਰ ਸਿੱਖ ਜਿਹੜਾ ਹੈ ਨਾ ਨਿਰਾਧਾਰ ਹੋਏ ਸਮਝੇ ਆਪੇ। ਫਿਰ ਸਮਝ ਜਾਂਦਾ ਸਿੱਖ ਕਿ ਸੁਰਤ ਦੀਆਂ ਡਾਰੀਆਂ ਕਿਵੇਂ ਲਾਉਣੀਆਂ ਹੈ। ਫਿਰ ਸਿੱਖ ਸਮਝ ਜਾਂਦਾ ਕਿ ਸ਼ਬਦ ਦੇ ਵਿੱਚ ਕਿਵੇਂ ਜੁੜਨਾ ਹੈ। ਫਿਰ ਸਿੱਖ ਸਮਝ ਜਾਂਦਾ ਕਿ ਬਾਣੀ ਕਿੰਨੀ ਕੁ ਪੜ੍ਹਨੀ ਹੈ, ਕਿਵੇਂ ਪੜ੍ਹਨੀ ਹੈ, ਕਿਵੇਂ ਗੁਰੂ ਦਾ ਹੁਕਮ ਹੈ ਬਾਣੀ ਪੜ੍ਹਨੀ, ਕੀਰਤਨ ਸੁਣਨਾ ਹੈ, ਸੇਵਾ ਕਰਨੀ ਹੈ। ਫਿਰ ਉਹ ਸਿੱਖ ਸਮਝ ਜਾਂਦਾ ਹੈ ਜਿਵੇਂ ਗੁਰੂ ਉਹਨੂੰ ਸਿਖਾਉਂਦਾ ਕਿ ਭਾਈ ਤੁਸੀਂ ਸੇਵਾ ਕਰਨੀ ਹੈ, ਨਾਮ ਜਪਣਾ ਹੈ ਤੇ ਪਰਉਪਕਾਰੀ ਜੀਵਨ ਜਿਉਣਾ ਹੈ। ਫਿਰ ਉਹ ਆਪਣੇ ਗੁਰੂ ਦੇ ਕੋਲੋਂ ਸਿੱਖ ਕੇ ਇਸ ਤਰ੍ਹਾਂ ਦਾ ਜੀਵਨ ਜਿਹੜਾ ਉਹ ਕਰਨ ਲੱਗ ਪੈਂਦਾ ਹੈ, ਇਸ ਤਰ੍ਹਾਂ ਦਾ ਜੀਵਨ ਬਤੀਤ ਕਰਦਾ ਹੈ। ਗੁਰਸਿੱਖ ਸੰਧ ਮਿਲਾਵਣੀ ਸ਼ਬਦ ਸੁਰਤ ਪਰਚਾਏ ਪਛਾਪੈ। ਕਹਿੰਦੇ ਇਸ ਤਰ੍ਹਾਂ ਦੀ ਸੰਧੀ ਹੈ ਗੁਰੂ ਦੀ ਤੇ ਸਿੱਖ ਦੀ।
ਗੁਰਸਿੱਖ ਸੰਧ ਮਿਲਾਵਣੀ। ਇਸ ਤਰ੍ਹਾਂ ਦੀ ਸੰਧੀ ਹੈ ਗੁਰੂ ਸਿੱਖ ਦੀ ਆਪਸ ਦੇ ਵਿੱਚ। ਸ਼ਬਦ ਸੁਰਤ ਪਰਚਾਏ ਪਛਾਪੈ। ਸ਼ਬਦ ਸੁਰਤ ਦਾ ਗਿਆਨ ਹੋ ਜਾਂਦਾ ਹੈ ਸਿੱਖ ਨੂੰ। ਪਛਾਪੇ ਪਛਾਣ ਲੈਂਦਾ ਹੈ ਸ਼ਬਦ ਨੂੰ ਕਿ ਸ਼ਬਦ ਕੀ ਹੈ ਤੇ ਸੁਰਤ ਨੂੰ ਸ਼ਬਦ ਦੇ ਵਿੱਚ ਕਿਵੇਂ ਜੋੜਨਾ ਹੈ। ਜਿਵੇਂ ਸਤਿਗੁਰਾਂ ਨੇ ਕਿਹਾ ਕਿ ਸ਼ਬਦ ਤੇ ਸੁਰਤ ਦਾ ਕੀ ਮਿਲਾਪ ਹੈ, ਕਿਵੇਂ ਮੈਂ ਸ਼ਬਦ ਦੇ ਵਿੱਚ ਜੋੜਨਾ ਹੈ। ਗੁਰਸਿੱਖ ਸੰਧ ਮਿਲਾਵਣੀ ਸ਼ਬਦ ਸੁਰਤ ਪਰਚਾਏ ਪਛਾਪੈ। ਫਿਰ ਪਛਾਣ ਲੈਂਦਾ ਹੈ ਸ਼ਬਦ ਸੁਰਤ ਦੇ ਮੇਲ ਨੂੰ ਕਿਹਦੇ ਕੋਲੋਂ? ਗੁਰੂ ਦੇ ਕੋਲੋਂ। ਇਸ ਤਰ੍ਹਾਂ ਦਾ ਗੁਰੂ ਤੇ ਸਿੱਖ ਦਾ ਜਿਹੜਾ ਮਿਲਾਪ ਹੈ, ਗੁਰਮੁਖ ਸੁਖ ਪਲ ਥਾਪ ਉਥਾਪੈ। ਇਸ ਤਰ੍ਹਾਂ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਸੁਖ ਪਾਉਂਦਾ ਹੈ, ਉਹਨੂੰ ਫਲ ਪ੍ਰਾਪਤ ਹੁੰਦੇ ਆ। ਥਾਪ ਉਥਾਪੈ, ਉਹ ਆਪਣੇ ਜੀਵਨ ਦੇ ਮਾਰਗ ਦੇ ਉੱਤੇ ਜਿਹੜਾ ਹੈ ਚੱਲ ਕੇ ਆਪਣਾ ਜੀਵਨ ਜਿਹੜਾ ਸਫਲ ਕਰ ਲੈਂਦਾ ਹੈ। ਉਹ ਆਪਣੇ ਜੀਵਨ ਦੇ ਵਿੱਚ ਉਸ ਅਕਾਲ ਪੁਰਖ ਦੇ ਜੋ ਹੈ ਮਿਲਾਪ ਦਾ ਸਾਧਨ ਪ੍ਰਾਪਤ ਕਰ ਲੈਂਦਾ ਹੈ। ਕਿਵੇਂ ਪ੍ਰਾਪਤ ਕਰਦਾ ਹੈ? ਆਪਣੇ ਗੁਰੂ ਦੇ ਕੋਲੋਂ। ਗੁਰੂ ਦੇ ਨਾਲ ਉਹਦੀ ਸੰਧੀ ਹੁੰਦੀ ਹੈ ਤੇ ਗੁਰੂ ਵੀ ਫਿਰ ਆਪਣੇ ਸਿੱਖ ਦੇ ਉੱਤੇ ਪੂਰੀ ਕਿਰਪਾ ਰੱਖਦਾ ਹੈ, ਪੂਰਾ ਉਹਦਾ ਸਾਥ ਦਿੰਦਾ ਹੈ, ਉਹਨੂੰ ਵਿਕਾਰਾਂ 'ਚ ਖਚਿਤ ਨਹੀਂ ਹੋਣ ਦਿੰਦਾ, ਉਹਨੂੰ ਹਰ ਲਹਿਰ ਤੋਂ ਸੰਸਾਰ ਦੇ ਭਵਜਲ ਤੋਂ ਬਚਾ ਕੇ ਰੱਖਦਾ ਹੈ। ਉਹਦੀ ਜਿਹੜੀ ਹੈ ਸੁਰਤ ਉੱਚੀ ਚੁੱਕ ਦਿੰਦਾ ਹੈ, ਉਹ ਫਿਰ ਮੋਤੀ ਚੁੱਕਦਾ ਹੈ ਸ਼ਬਦ ਦੇ। ਫਿਰ ਉਹ ਜਿਹੜਾ ਵਿਕਾਰਾਂ ਦੀ ਸੰਗਤ ਵਿੱਚ ਨਹੀਂ ਜਾਂਦਾ, ਫਿਰ ਉਹ ਆਪਣੇ ਗੁਰੂ ਵੱਲ ਹੀ ਸੂਰਜ ਚੱਕਵੀ ਵਾਂਗੂ ਤੇ ਚਕੋਰ ਵਾਂਗੂ ਵਹਿੰਦਾ ਰਹਿੰਦਾ ਹੈ। ਉਹ ਕਿਸੇ ਦੇਵੀ ਦੇਵਤੇ ਦੇ ਵਰ ਸ਼ਰਾਬ ਦੀ ਗੱਲ ਨਹੀਂ ਕਰਦਾ, ਉਹ ਫਿਰ ਨਿਰਾਧਾਰ ਹੋਏ ਸਮਝੇ ਆਪੇ। ਉਹ ਸ਼ਬਦ ਦੀ ਖੇਡ ਨੂੰ ਸਮਝ ਕੇ ਆਪਣੇ ਗੁਰੂ ਦੇ ਵਿੱਚ ਮਿਲਾਪ ਪ੍ਰਾਪਤ ਕਰਦਾ ਹੈ। ਸੋ ਇਹ ਭਾਈ ਗੁਰਦਾਸ ਜੀ ਨੇ ਜੋ ਬਖਸ਼ਿਸ਼ ਕੀਤਾ ਹੈ ਕਿ ਕਿਵੇਂ ਗੁਰਸਿੱਖ ਜਿਹੜਾ ਹੈ ਉਹ ਆਪਣੇ ਜੀਵਨ ਦੇ ਵਿੱਚ ਅੱਗੇ ਵੱਧਦਾ ਹੈ, ਕਿਵੇਂ ਆਪਣੇ ਗੁਰੂ ਦੇ ਦੱਸੇ ਮਾਰਗ ਤੇ ਚੱਲਦਾ ਹੈ ਤੇ ਕਿਵੇਂ ਸਿੱਖ ਦੀ ਤੇ ਗੁਰੂ ਦੀ ਸੰਧੀ ਹੈ। ਇਸ ਤੋਂ ਬਾਅਦ ਆਪਾਂ ਅੱਗੇ ਜਿਹੜਾ ਹੈ ਗੱਲ ਕਰਨੀ ਹੈ ਸਾਧ ਸੰਗਤ ਕਿ ਭਾਈ ਮਨੀ ਸਿੰਘ ਜੀ ਨੇ ਇਹਦੇ ਬਾਰੇ ਕੀ ਵਿਚਾਰ ਦਿੱਤਾ ਹੈ। ਕਹਿੰਦੇ ਜੈਸੇ ਕਛੂ ਬੱਚੇ ਨੂੰ ਬ੍ਰਿਤੀ ਵਿੱਚ ਪਰਪੱਕ ਕਰਕੇ ਨਦੀ ਵਿੱਚ ਲਿਆਉਂਦਾ ਹੈ ਤੇ ਭਵਜਲ ਦੀ ਲਹਿਰ ਉਸ ਨੂੰ ਨਹੀਂ ਵਿਆਪਦੀ। ਕੂੰਜ ਬੱਚੇ ਨੂੰ ਆਪਣੇ ਸਿਮਰਨ ਕਰਕੇ ਆਕਾਸ਼ ਵਿੱਚ ਲੈ ਉੱਡਦੀ ਹੈ, ਬਤਕ ਬੱਚੇ ਨੂੰ ਨਦੀ ਵਿੱਚ ਲੈ ਤਰਦੀ ਹੈ ਤੇ ਕੋਇਲ ਬੱਚੇ ਨੂੰ ਕਾਮਣੀ ਦੇ ਆਲਣੇ ਵਿੱਚੋਂ ਕੱਢ ਕੇ ਅੰਬ ਬਿਰਖ ਤੇ ਲੈ ਆਉਂਦੀ ਹੈ। ਤੇ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਆਨੰਦ ਦੇ ਘਰ ਵਸ ਕੇ ਆਪ ਨੂੰ ਗੋਪਾਲ ਕਹਾਉਂਦੇ ਸਨ। ਜਿਸ ਵੇਲੇ ਵਾਸੁਦੇਵ ਦਾ ਮਿਲਾਪ ਹੋਇਆ ਫਿਰ ਖੱਤਰੀ ਧਰਮ ਕਰਕੇ ਗੋਪਾਲ ਨਾ ਮਿਲੇ। ਭਾਵ ਪਹਿਲੋਂ ਮੱਝਾਂ ਚਾਰਦੇ ਸੀ ਆਨੰਦ ਦੇ ਘਰ, ਆਨੰਦ ਨੇ ਪਾਲਿਆ ਸੀ ਉਹਨੂੰ ਕ੍ਰਿਸ਼ਨ ਨੂੰ, ਤੇ ਕ੍ਰਿਸ਼ਨ ਬਾਅਦ ਵਿੱਚ ਜਾ ਕੇ ਜਦੋਂ ਉਹਨੂੰ ਪਤਾ ਲੱਗਾ ਮੈਂ ਖੱਤਰੀ ਵੰਸ਼ ਦਾ, ਮੇਰਾ ਪਿਤਾ ਵਾਸੁਦੇਵ ਹੈ, ਤੇ ਉਹਦੇ ਨਾਲ ਉਹਦਾ ਮਿਲਾਪ ਹੋ ਗਿਆ। ਫੇਰ ਖੱਤਰੀ ਧਰਮ ਕਰਕੇ ਗੋਪਾਂ ਨੂੰ ਨਾ ਮਿਲੇ। ਤੇ ਐਸੇ ਗੁਰੂ ਕੇ ਸਿੱਖ ਸਿੱਖਾਂ ਨੂੰ ਸ਼ਬਦ ਦੀ ਸੋਝੀ ਦੇ ਕੇ ਆਤਮ ਗਿਆਨ ਪਰਪੱਕ ਕਰ ਦਿੰਦੇ ਹਨ। ਦੇ ਅਭਿਮਾਨ ਉਹਨਾਂ ਦਾ ਮਿਟ ਜਾਂਦਾ ਹੈ ਤੇ ਜੀਵਨ ਮੁਕਤ ਹੋ ਕੇ ਵਿਚਰਦੇ ਹਨ। ਆਪਣੀ ਧਰਮ ਦੀ ਕਿਰਤ ਕਰਕੇ ਵੰਡ ਖਾਂਦੇ ਹਨ ਤੇ ਦੇ ਅਭਿਮਾਨ ਨੂੰ ਛੱਡ ਕੇ ਨਿਮਾਣੇ ਹੋ ਕੇ ਵਰਤਦੇ ਹਨ ਤੇ ਫਿਰ ਕਦੇ ਅਗਿਆਨ ਦੀ ਕਿਰਿਆ ਨਹੀਂ ਕਰਦੇ। ਫਿਰ ਸਿੱਖਾਂ ਨੇ ਪ੍ਰਸ਼ਨ ਕੀਤਾ ਹੈ। ਹੁਣ ਇੱਥੋਂ ਤੱਕ ਇਸ ਪੌੜੀ ਦੀ ਸਮਾਪਤੀ ਹੈ ਕਿ ਕਿਸ ਤਰ੍ਹਾਂ ਜਿਹੜਾ ਹੈ ਗੁਰੂ ਤੇ ਸਿੱਖ ਦਾ ਮਿਲਾਪ ਹੈ, ਸਿੱਖ ਕਿਵੇਂ ਆਪਣਾ ਜੀਵਨ ਬਤੀਤ ਕਰਦੇ ਆ, ਧਰਮ ਦੀ ਕਿਰਤ ਕਰਕੇ ਵੰਡ ਕੇ ਖਾਂਦੇ ਆ, ਦੇਹ ਅਭਿਮਾਨ ਛੱਡ ਦਿੰਦੇ ਆ ਤੇ ਅਗਿਆਨ ਛੱਡ ਕੇ ਜਿਹੜਾ ਹੈ ਗਿਆਨ ਨੂੰ ਪ੍ਰਾਪਤ ਕਰਦੇ ਆ। ਫਿਰ ਉਸ ਤੋਂ ਬਾਅਦ ਅੱਗੇ ਸਿੱਖਾਂ ਨੇ ਪ੍ਰਸ਼ਨ ਕੀਤਾ ਹੈ ਕਿਹਦੇ ਕੋਲ? ਭਾਈ ਗੁਰਦਾਸ ਜੀ ਕੋਲ। ਕੀ ਪ੍ਰਸ਼ਨ ਹੈ? ਕਿ ਜੋ ਐਸੇ ਗਿਆਨਵਾਨ ਜੀ ਮੁਕਤ ਹੋਏ ਕੇ ਵਰਤਦੇ ਹਨ ਸੋ ਅਗਲਿਆਂ ਯੁਗਾਂ ਵਿੱਚ ਕਈ ਵਿਰਲੇ ਸੁਣੀਦੇ ਹਨ। ਸਵਾਲ ਕੀਤਾ ਹੈ ਭਾਈ ਗੁਰਦਾਸ ਜੀ ਨੂੰ ਕਿ ਭਾਈ ਸਾਹਿਬ ਜੀ ਕਿ ਇਹੋ ਜਿਹੇ ਗਿਆਨਵਾਨ ਜੀਵ ਜਿਹੜੇ ਆ ਇਹ ਆਉਣ ਵਾਲੇ ਯੁਗਾਂ ਦੇ ਵਿੱਚ ਤੇ ਘੱਟ ਹੀ ਸੁਣੀਦੇ ਆ, ਇਸ ਕਲਯੁਗ ਵਿੱਚ ਤਾਂ ਕੋਈ ਨਜ਼ਰ ਨਹੀਂ ਆਉਂਦਾ। ਕਹਿੰਦੇ ਇਹ ਕਲਯੁਗ ਦਾ ਇੰਨਾ ਵਰਤਾਰਾ ਹੈ, ਇਹਦੇ ਵਿੱਚ ਤੇ ਕੋਈ ਨਜ਼ਰ ਹੀ ਨਹੀਂ ਆਉਂਦਾ। ਤੇ ਸਾਨੂੰ ਤਾਂ ਭਾਈ ਮਨੀ ਸਿੰਘ ਭਾਈ ਮਨੀ ਸਿੰਘ ਜੀ ਬਚਨ ਕੀਤਾ, ਜਿਵੇਂ ਤੁਸਾਂ ਬਚਨ ਕੀਤਾ ਹੈ ਤਿਵੇਂ ਭਾਈ ਗੁਰਦਾਸ ਜੀ ਤੇ ਪੁੱਛਿਆ ਸੀ ਜੋ ਕਲਯੁਗ ਵਿੱਚ ਆਪ ਏਡੇ ਤਪ ਵੀ ਨਹੀਂ ਸਾਧੇ ਜਾਂਦੇ। ਕਲਯੁਗ ਦੇ ਵਿੱਚ ਤਪ ਨਹੀਂ ਹੁੰਦਾ ਕੋਈ ਤਪ ਵੀ, ਕਿਉਂਕਿ ਪੁਰਾਣੇ ਯੁਗਾਂ ਦੇ ਵਿੱਚ ਪਹਿਲੇ ਯੁਗਾਂ ਦੇ ਵਿੱਚ ਤੇ ਤਪ ਕਰਦੇ ਸੀ, ਹੁਣ ਤਪ ਵੀ ਨਹੀਂ ਸਾਧੇ ਜਾਂਦੇ, ਏਡੇ ਯੋਗ ਵੀ ਨਹੀਂ ਕੀਤੇ ਜਾਂਦੇ, ਨਹੀਂ ਹੋ ਸਕਦੇ ਇੰਨੇ ਯੋਗ ਵੀ, ਇੰਨੇ ਵੱਡੇ ਜੱਗ ਵੀ ਨਹੀਂ ਹੋ ਸਕਦੇ।
ਅਜਿਹੇ ਵਿਵੇਕਵਾਨ ਭਗਤ ਕਲਯੁਗ ਵਿੱਚ ਦੁਰਲੱਭ ਹਨ। ਸਿੱਖਾਂ ਨੇ ਸਵਾਲ ਕੀਤਾ ਭਾਈ ਗੁਰਦਾਸ ਜੀ ਨੂੰ ਕਿ ਅਜਿਹੇ ਜਿਹੜੇ ਭਗਤ ਜਨ, ਅਜਿਹੇ ਜਿਹੜੇ ਆ ਗੁਰਮੁਖ ਜਨ, ਉਹ ਕਲਯੁਗ ਦੇ ਵਿੱਚ ਦੁਰਲੱਭ ਹਨ, ਕਿਉਂਕਿ ਨਾ ਤੇ ਇੱਥੇ ਜਗ ਕੀਤਾ ਜਾਂਦਾ, ਨਾ ਜੋਗ ਤੇ ਨਾ ਕੋਈ ਸਾਧਨਾ ਕੀਤੀ ਜਾਂਦੀ ਹੈ। ਤੇ ਇਹ ਤੇ ਬੜਾ ਔਖਾ ਕੰਮ ਹੈ ਕਲਯੁਗ ਦੇ ਵਿੱਚ ਐਸੇ ਭਗਤ ਲੱਭਣੇ। ਤਾਂ ਭਾਈ ਗੁਰਦਾਸ ਜੀ ਵਚਨ ਕੀਤਾ, ਭਾਈ ਗੁਰਦਾਸ ਜੀ ਨੇ ਅੱਗੇ ਵਚਨ ਕੀਤਾ, ਜੈਸੇ ਸੁਕਾਲ ਦੇ ਸਮੇਂ ਕਿਸੇ ਨਗਰ ਵਿੱਚ ਕੋਈ ਸਾਧ ਪ੍ਰਾਹੁਣਾ ਜਾਂਦਾ ਹੈ। ਸੁਕਾਲ ਦਾ ਅਰਥ ਹੁੰਦਾ ਸ਼ਾਮਾਂ ਦਾ ਵੇਲਾ, ਰਾਤ ਦਾ ਵੇਲਾ। ਕਹਿੰਦੇ ਜਦੋਂ ਸ਼ਾਮ ਦੇ ਵੇਲੇ ਕੋਈ ਸਾਧ ਪ੍ਰਾਹੁਣਾ, ਕੋਈ ਸਾਧੂ ਕਿਸੇ ਦੇ ਪਿੰਡ ਵਿੱਚ ਚਲਾ ਜਾਵੇ, ਜੇ ਉਸ ਦੀ ਵੱਡੀ ਟਹਿਲ ਸੇਵਾ ਸਭ ਪਦਾਰਥ ਕਰੀਦੀ ਹੈ ਤੇ ਉਸ ਪਿੰਡ ਦੇ ਲੋਕ ਉਹਦੀ ਬੜੀ ਸੇਵਾ ਕਰਨ ਤਾਂ ਪ੍ਰਸੰਨ ਹੁੰਦਾ ਹੈ, ਤੇ ਉਹ ਮਨੁੱਖ ਜਿਹੜਾ ਹੈ, ਜਿਹੜਾ ਸਾਧੂ ਹੈ, ਉਹ ਪ੍ਰਸੰਨ ਹੋ ਜਾਂਦਾ ਹੈ। ਤੇ ਜੇ ਅੰਨ ਦੇ ਕਾਲ ਸਮੇਂ ਪ੍ਰਾਹੁਣੇ ਦੀ ਪ੍ਰਸਾਦ ਪਾਣੀ ਜੁਗਤ ਨਾਲ ਵੀ ਸੇਵਾ ਕਰੀਦੀ ਹੈ, ਤੇ ਫਿਰ ਅੰਨ ਪਾਣੀ ਦੇ ਨਾਲ ਉਸ ਪ੍ਰਾਹੁਣੇ ਦੀ, ਉਹ ਸਾਧੂ ਦੀ ਜਿਹੜੀ ਹੈ ਜਦੋਂ ਸੇਵਾ ਕਰੀਦੀ ਹੈ ਤੇ ਤਾਂ ਉਹ ਬਹੁਤ ਹੀ ਪ੍ਰਸੰਨ ਹੁੰਦਾ ਹੈ। ਫਿਰ ਉਹ ਬਹੁਤ ਹੀ ਪ੍ਰਸੰਨ ਹੁੰਦਾ ਹੈ। ਸੁਕਾਲ ਦਾ ਅਰਥ ਇੱਕ ਹੋਰ ਹੁੰਦਾ ਹੈ, ਜਦੋਂ ਕਾਲ ਪਿਆ ਹੋਵੇ ਨਾ, ਉਹਨੂੰ ਸੁਕਾਲ ਕਿਹਾ ਜਾਂਦਾ। ਜਦੋਂ ਕਾਲ ਨਾ ਪਿਆ ਹੋਵੇ ਨਾ, ਭਾਵ ਜਦੋਂ ਧਨ ਪਦਾਰਥ ਹੋਵੇ, ਉਹਨੂੰ ਵੀ ਸੁਕਾਲ ਸ਼ਬਦ ਜਿਹੜਾ ਉੱਥੇ ਕਿਹਾ ਜਾਂਦਾ ਹੈ। ਤੇ ਇੱਥੇ ਸ਼ਾਮ ਦਾ ਵੇਲਾ ਹੈ, ਕਿ ਜੇ ਕਿਤੇ ਆ ਜਾਵੇ ਤੇ ਉਹਦੇ ਨਾਲ ਅੰਨ ਪਦਾਰਥ ਦੇ ਨਾਲ ਪ੍ਰਸ਼ਾਦਾ ਪਾਣੀ ਛਕਾ ਕੇ ਤੇ ਉਹਦੀ ਟਹਿਲ ਸੇਵਾ ਕੀਤੀ ਜਾਏ, ਆਪਣੀ ਜੁਗਤ ਨਾਲ ਵੀ ਸੇਵਾ ਕਰਦੀ ਹੈ, ਤਾਂ ਉਹ ਬਹੁਤ ਪ੍ਰਸੰਨ ਹੁੰਦਾ ਹੈ। ਉਹ ਸਾਧੂ ਜਿਹੜਾ ਆ ਉਹ ਬੜਾ ਪ੍ਰਸੰਨ ਹੁੰਦਾ ਹੈ। ਜੋ ਅਜਿਹੇ ਸਮੇਂ ਕੋਈ ਕਿਸੇ ਦੀ ਸੇਵਾ ਨਹੀਂ ਕਰਦਾ, ਪਰ ਇਸ ਨੇ ਸਾਡੀ ਟਹਿਲ ਕੀਤੀ। ਉਹ ਕਹਿੰਦਾ ਕਿ ਅਜਿਹੇ ਸਮੇਂ ਦੇ ਵਿੱਚ, ਜਿਸ ਸਮੇਂ ਕੋਈ ਵੀ ਸਾਡੀ ਸੇਵਾ ਨਹੀਂ ਕਰਦਾ, ਸੁਕਾਲ ਤੋਂ ਭਾਵ ਕਿ ਜਿਵੇਂ ਕੋਈ ਅਜਿਹੇ ਕਾਲ ਦੇ ਵਿੱਚ ਕੋਈ ਸਾਡੀ ਸੇਵਾ ਨਹੀਂ ਕਰਦਾ, ਫਿਰ ਜਦੋਂ ਪ੍ਰਸੰਨ ਹੋ ਜਾਂਦੇ ਆ ਕਿ ਇਹਨਾਂ ਬੜੀ ਟਹਿਲ ਕੀਤੀ ਹੈ, ਤੈਸੇ ਹੋਰਨਾਂ ਜੱਗਾਂ ਵਿੱਚ, ਤੈਸੇ ਹੋਰਨਾਂ ਜੱਗਾਂ ਦੇ ਵਿੱਚ ਭਾਵ ਹੋਰ ਜਿਹੜੇ ਯੁੱਗ ਸਨ, ਉਹਨਾਂ ਦੇ ਵਿੱਚ ਜਗ, ਹੋਮ, ਤਪ, ਜੋਗ ਸਭ ਕਰਮ ਹੋ ਸਕਦੇ ਸਨ। ਕਹਿੰਦੇ ਉਸੇ ਤਰ੍ਹਾਂ ਉਹਨਾਂ ਜਗ੍ਹਾ ਦੇ ਵਿੱਚ ਜਿਹੜੇ ਸੀ ਨਾ, ਜਗ ਵੀ ਲੋਕ ਕਰਦੇ ਸੀ, ਹੋਮ ਵੀ ਕਰਦੇ, ਤਪ ਕਰਦੇ ਸੀ, ਯੋਗ ਸਾਧਨਾ ਸਕਦੇ ਸੀ, ਸਾਰੇ ਕਰਮ ਕਰਦੇ ਸੀ। ਤਾਂ ਕਈ ਹਜ਼ਾਰ ਬਰਸਾਂ ਤੀਕ ਜਗ ਤੇ ਤਪ, ਹੋਮ ਤੇ ਪੂਜਾ ਕਰਦੇ ਸਨ, ਤਾਂ ਭਗਵਾਨ ਪ੍ਰਸੰਨ ਹੁੰਦਾ ਸੀ। ਕਹਿੰਦੇ ਫਿਰ ਕਿਤੇ ਜਾ ਕੇ ਭਗਵਾਨ ਪ੍ਰਸੰਨ ਹੁੰਦਾ ਸੀ। ਤੇ ਇੱਕ ਕਲਯੁਗ ਵਿੱਚ ਧਰਮ ਦੀ ਕਿਰਤ ਕਰਕੇ ਵੰਡ ਖਾਂਦੇ ਹੈ। ਹੁਣ ਇਹ ਦੱਸਿਆ ਕਿ ਇਸੇ ਤਰ੍ਹਾਂ ਕਲਯੁਗ ਦਾ ਕੀ ਧਰਮ ਹੈ ਕਿ ਇੱਥੇ ਲੋਕ ਪਹਿਲਾਂ ਕਿਰਤ ਕਰਦੇ ਆ, ਜੋ ਸਤਿਗੁਰਾਂ ਨੇ ਵੰਡ ਛਕੋ ਕਿਰਤ ਕਰੋ ਦਾ ਜੋ ਨਾਰਾ ਦਿੱਤਾ ਸੀ, ਜੋ ਕਿਹਾ ਸੀ ਕਿ ਭਾਈ ਨਾਮ ਜਪੋ ਵੰਡ ਛਕੋ ਕਿਰਤ ਕਰੋ। ਕਹਿੰਦੇ ਕਲਯੁਗ ਦਾ ਇਹ ਧਰਮ ਆ ਕਿ ਇਹਦੇ ਵਿੱਚ ਲੋਕ ਆਪਣੀ ਧਰਮ ਦੀ ਕਿਰਤ ਕਰਨ ਤੇ ਵੰਡ ਕੇ ਖਾਣ। ਇਹ ਹੈ ਕਲਯੁਗ ਦਾ ਧਰਮ। ਤੇ ਕਿਉਂਕਿ ਪੁਰਾਣੇ ਯੁੱਗਾਂ ਦੇ ਵਿੱਚ ਜਗ, ਹੋਮ, ਤਪ, ਪੂਜਾ ਸੀ, ਪਰ ਕਹਿੰਦੇ ਕਿ ਕਲਯੁਗ ਦੇ ਵਿੱਚ ਕੀ ਹੈ, ਕਿਰਤ ਕਰਕੇ ਵੰਡ ਖਾਣਾ। ਜਿਵੇਂ ਕੋਈ ਤੁਹਾਡੇ ਕੋਲ ਕੋਈ ਆਏ ਲੋੜਵੰਦ, ਜਿਵੇਂ ਸਾਧੂ ਦਾ ਪ੍ਰਸੰਗ ਦਿੱਤਾ ਕਿ ਕੋਈ ਸਾਧੂ ਆਵੇ ਤੇ ਉਹਨੂੰ ਟਹਿਲ ਪ੍ਰਸ਼ਾਦਾ ਦਈਏ, ਜਦੋਂ ਪ੍ਰਸੰਨ ਹੋਵੇ ਤੇ ਸਮਝ ਲਓ ਕਿ ਪ੍ਰਮਾਤਮਾ ਪ੍ਰਸੰਨ ਹੋ ਗਿਆ। ਕਹਿੰਦੇ ਇਸੇ ਤਰ੍ਹਾਂ ਇਸ ਯੁੱਗ ਦਾ ਧਰਮ ਹੈ ਕਲਯੁਗ ਦਾ ਕਿ ਵੰਡ ਖਾਂਦੇ ਹਨ ਤੇ ਗਿਆਨ ਅਗਨ ਕਰਕੇ ਜਿਨ੍ਹਾਂ ਦੇ ਅਭਿਮਾਨ ਦਗਧ ਕੀਤਾ ਹੈ ਤੇ ਸਾਧ ਸੰਗਤ ਵਿੱਚ ਤੁਰ ਜਾਂਦੇ ਹੈ। ਜਿਨ੍ਹਾਂ ਨੇ ਆਪਣਾ ਗਿਆਨ ਅਗਿਆਨ ਖਤਮ ਕਰਕੇ ਸਾਧ ਸੰਗਤ ਦਾ ਦਰ ਮੱਲਿਆ ਹੈ, ਨਾਲ ਟਹਿਲ ਸੇਵਾ ਕੀਤੀ ਹੈ ਤੇ ਗੁਰੂਆਂ ਦੇ ਸ਼ਬਦ ਤੇ ਦ੍ਰਿੜ ਪ੍ਰਤੀਤ ਰੱਖਦੇ ਹਨ, ਗੁਰੂ ਦੇ ਸ਼ਬਦ ਤੇ ਦ੍ਰਿੜ ਪ੍ਰਤੀਤ ਉਹ ਰੱਖਦੇ ਹਨ, ਉਹਨਾਂ ਨੂੰ ਵਾਹਿਗੁਰੂ ਤੁਰਤ ਹੀ ਪ੍ਰੇਮ ਭਗਤ ਦੇ ਕੇ ਉਧਾਰ ਕਰ ਲੈਂਦਾ ਹੈ। ਸੋ ਇਹ ਕਲਯੁਗ ਦਾ ਕੀ ਧਰਮ ਦੱਸਿਆ ਹੈ ਭਾਈ ਗੁਰਦਾਸ ਜੀ ਨੇ। ਇੱਕ ਤੇ ਸਭ ਤੋਂ ਪਹਿਲਾਂ ਧਰਮ ਦੀ ਕਿਰਤ, ਦੂਜਾ ਵੰਡ ਕੇ ਖਾਣਾ, ਤੀਸਰਾ ਆਪਣਾ ਗਿਆਨ ਅਗਿਆਨ ਖਤਮ ਕਰਕੇ ਦਗਧ ਕਰਕੇ ਦੇਹ ਅਭਿਮਾਨ ਛੱਡ ਕੇ ਸਾਧ ਸੰਗਤ ਜਾਣਾ, ਤੇ ਤੀਸਰਾ ਕੀ ਚੌਥਾ ਕੀ ਹੈ, ਗੁਰਾਂ ਦੇ ਸ਼ਬਦ ਤੇ ਦ੍ਰਿੜ ਪ੍ਰਤੀਤ ਕਰਨੀ। ਉਸ ਨੂੰ ਵਾਹਿਗੁਰੂ ਤੁਰੰਤ ਹੀ ਪ੍ਰੇਮ ਭਗਤ ਦੇ ਕੇ ਉਧਾਰ ਕਰ ਲੈਂਦਾ ਹੈ। ਇਹ ਰਸਤਾ ਹੈ ਕਲਯੁਗ ਦੇ ਵਿੱਚ ਧਰਮ ਕਮਾਉਣ ਦਾ, ਜੋ ਭਾਈ ਗੁਰਦਾਸ ਜੀ ਨੇ ਦੱਸਿਆ। ਗੁਰੂ ਨਾਨਕ ਜੀ ਦਾ ਅਵਤਾਰ ਜਗਤ ਦੇ ਉਧਾਰ ਵਾਸਤੇ ਹੀ ਹੋਇਆ ਹੈ। ਜਿਹੜੇ ਤਾਂ ਰਿਖੀਸੁਰ ਮਨੀਸੁਰ ਗੋਸ਼ਟਾਂ ਕਰਕੇ ਉਧਾਰ ਕੀਤੇ ਹਨ, ਉਹਨਾਂ ਦੀ ਸੰਖਿਆ ਗਿਣੀ ਨਹੀਂ ਜਾਂਦੀ, ਪਰ ਜਿਤਨੇ ਸਿੱਖਾਂ ਦਾ ਉਧਾਰ ਹੋਇਆ ਹੈ ਤੇ ਉਹਨਾਂ ਦੇ ਪਿੱਛੇ ਸਭ ਦੇਸ਼ ਦਾ ਉਧਾਰ ਹੋਇਆ ਹੈ, ਉਹ ਵੀ ਸਭੇ ਗਿਣੇ ਨਹੀਂ ਜਾਂਦੇ। ਪਰ ਜਿਹੜੇ ਮੇਰੀ ਸਮਝ ਵਿੱਚ ਹਨ, ਉਹਨਾਂ ਦੇ ਨਾਲੋਂ ਥਾਂ ਮੈਂ ਤੁਹਾਨੂੰ ਉਚਾਰ ਕਰਕੇ ਸੁਣਾਉਂਦਾ ਹਾਂ।
ਕਹਿੰਦੇ ਕਿ ਜਿਹੜੇ ਪੁਰਾਣੇ ਸਮਿਆਂ ਚ ਰਿਸ਼ੀ ਮੁਨੀ ਹੋਏ ਆ, ਜਿਹੜੇ ਉਹਨਾਂ ਨੇ ਉਧਾਰ ਕੀਤੇ ਉਹ ਤੇ ਗੱਲ ਵੱਖਰੀ ਹੈ, ਉਹ ਕਿਵੇਂ ਤਰ ਗਏ, ਕਿਵੇਂ ਉਹਨਾਂ ਨੇ ਉਧਾਰ ਕੀਤੇ। ਪਰ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਮੇਂ ਸਿੱਖ ਹੋਏ ਆ, ਉਹਨਾਂ ਦਾ ਜਿਹੜਾ ਉਧਾਰ ਹੈ ਨਾ, ਉਹ ਵੀ ਨਹੀਂ ਗਿਣਿਆ ਜਾ ਸਕਦਾ। ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਨਾਤ ਹੈ, ਇਹ ਅਕਾਲ ਪੁਰਖ ਗੁਰੂ ਨਾਨਕ ਸਾਹਿਬ, ਤੁਸੀਂ ਕਿੰਨਿਆਂ ਨੂੰ ਤਾਰਤਾ, ਇਹ ਵੀ ਨਹੀਂ ਗਿਣਿਆ ਜਾ ਸਕਦਾ। ਜਿਸ ਤਰ੍ਹਾਂ ਆਕਾਸ਼ ਦੇ ਤਾਰੇ ਨਹੀਂ ਗਿਣੇ ਜਾ ਸਕਦੇ। ਇਸ ਕਰਕੇ ਕਹਿੰਦੇ ਆ ਕਿ ਜਿੰਨਿਆਂ ਦਾ ਉਧਾਰ ਕੀਤਾ ਹੈ ਨਾ ਗੁਰੂ ਨਾਨਕ ਸਾਹਿਬ ਨੇ, ਉਹ ਗਿਣੇ ਨਹੀਂ ਜਾ ਸਕਦੇ। ਪਰ ਭਾਈ ਗੁਰਦਾਸ ਜੀ ਨੇ ਕਿਹਾ ਕਿ ਜਿੰਨਾ ਕੁ ਮੈਨੂੰ ਪਤਾ ਹੈ ਨਾ, ਥੋੜੇ ਬਹੁਤੇ ਜਿੰਨੀ ਕੁ ਸਮਝ ਹੈ ਮੈਨੂੰ, ਮੈਂ ਤੁਹਾਨੂੰ ਉਹਨਾਂ ਦੇ ਬਾਰੇ ਉਚਾਰਨ ਕਰਕੇ ਦੱਸਦਾ, ਉਹਨਾਂ ਦੇ ਬਾਰੇ ਮੈਂ ਤੁਹਾਨੂੰ ਜਿਹੜਾ ਹੈ ਉਹ ਦੱਸਦਾ ਹਾਂ। ਸੋ ਭਾਈ ਗੁਰਦਾਸ ਜੀ ਨੇ ਇਸ ਤੋਂ ਬਾਅਦ ਜਿਹੜੀ ਹੈ ਉਹ 13ਵੀਂ ਪੌੜੀ ਦੀ ਹੁਣ ਆਰੰਭਤਾ ਆਪਾਂ ਕਰ ਲੱਗੇ ਆ, ਜਿਹਦੇ ਵਿੱਚ ਸਿੱਖਾਂ ਦੇ ਨਾਮ ਆਉਣਗੇ। ਸਭ ਤੋਂ ਪਹਿਲਾਂ ਆਪਾਂ ਜਿਵੇਂ ਅੱਗੇ ਮੂਲ ਪਾਠ ਕਰਦੇ ਹਾਂ ਉਹ ਕਰਕੇ, ਫਿਰ ਆਪਾਂ ਸਿੱਖਾਂ ਦੇ ਉੱਤੇ ਜੋ ਜੋ ਸਾਖੀਆਂ ਹਨ ਉਹ ਆਪਾਂ ਜਿਹੜੀ ਹੈ ਉਹ ਕਰਕੇ, ਤੇ ਫਿਰ ਆਪਾਂ ਸਮਾਪਤੀ ਵੱਲ ਵਧਾਂਗੇ। ਸੋ ਆਪ ਜੀ ਦੀ ਸਕਰੀਨ ਉੱਤੇ ਆ ਗਿਆ ਹੈ ਸਿੱਖਾਂ ਦੀ ਨਾਮਾਵਲੀ, ਭਾਵ ਉਹਨਾਂ ਦੇ ਨਾਮ ਕਿਹੜੇ ਸਿੱਖ ਨੇ। ਇਹ ਸਾਰੇ ਸਿੱਖ ਜਿਹੜੇ ਆ ਨਾ, ਇਹ ਗੁਰੂ ਨਾਨਕ ਸਾਹਿਬ ਜੀ ਦੇ ਆ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਹੋਏ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਸਿੱਖਿਆ ਪ੍ਰਾਪਤ ਕੀਤੀ, ਉਹਨਾਂ ਦਾ ਨਾਮ ਹੈ। ਸੋ ਆਪਾਂ ਪਹਿਲਾਂ ਮੂਲ ਪਾਠ ਕਰ ਲਈਏ। ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ, ਮੂਲਾ ਕੀੜ ਵਖਾਣੀਐ ਚਲਿਤ ਅਚਰਜ ਲੁਭਤ ਗੁਰਦਾਸੀ, ਤਿਰਥਾ ਖੇਡਾ ਸੋਇਰੀ ਚਰਨ ਸਰਨ ਸੁਖ ਸਹਿਜ ਨਿਵਾਸੀ, ਭਲਾ ਰਬਾਬ ਵਜਾਏਂਦਾ ਮਜਲਸ ਮਰਦਾਨਾ ਮੀਰਾਸੀ, ਪਿਰਥੀ ਮਲ ਸਹਿਗਲ ਭਲਾ ਰਾਮਾ ਟਿੱਡੀ ਭਗਤ ਅਭਿਆਸੀ, ਦੌਲਤ ਖਾਂ ਲੋਧੀ ਭਲਾ ਹੋਆ ਜਿੰਦ ਪੀਰ ਅਬਨਾਸੀ, ਮਾਲੋ ਮੰਗਾ ਸਿੱਖ ਦੋਏ ਗੁਰਬਾਣੀ ਰਸ ਰਸਕ ਬਿਲਾਸੀ, ਸਨਮੁਖ ਕਾਲੂ ਆਸ ਧਾਰ ਗੁਰਬਾਣੀ ਦਰਗਹਿ ਸਾਬਾਸੀ, ਗੁਰਮਤਿ ਭਾਉ ਭਗਤ ਪਰਗਾਸੀ। ਸੋ ਇਹ ਸਿੱਖਾਂ ਦੇ ਨਾਮ ਹਨ। ਸਭ ਤੋਂ ਪਹਿਲਾਂ ਆਪਾਂ ਇਹ ਸਾਰੀ ਪੌੜੀ ਦੇ ਜਿਹੜੇ ਆ ਨਾ ਉਹ ਅੱਖਰੀ ਅਰਥ ਕਰ ਲਈਏ, ਫਿਰ ਉਸ ਤੋਂ ਬਾਅਦ ਆਪਾਂ ਕੱਲੇ ਕੱਲੇ ਸਿੱਖ ਦਾ ਜਿਹੜਾ ਨਾਮ ਹੈ ਉਹਦੇ ਨਾਲ ਜੋ ਸਾਖੀ ਹੈ ਜੋ ਭਾਈ ਮਨੀ ਸਿੰਘ ਜੀ ਨੇ ਦਿੱਤੀ ਹੈ ਉਹਦੇ ਬਾਰੇ ਆਪਾਂ ਵਿਚਾਰ ਕਰਾਂਗੇ। ਪਹਿਲੋਂ ਅੱਖਰੀ ਅਰਥ ਹਨ ਜੀ। ਕਹਿੰਦੇ ਪੋਪਟ ਜਾਤ ਦਾ ਤਾਰੂ ਨਾਮ ਦਾ ਸਿੱਖ ਹੈ। ਇਹ ਗੁਰਮੁਖ ਬਾਲ ਅਵਸਥਾ ਤੋਂ ਉਦਾਸੀਨ ਰਹਿੰਦਾ ਸੀ। ਗੁਰਮੁਖ ਬਾਲ ਸੁਭਾਏ ਉਦਾਸੀ, ਇਹਨੂੰ ਬਚਪਨ ਦੇ ਵਿੱਚ ਹੀ ਉਦਾਸੀ ਭਾਵ ਉਦਾਸੀਨਤਾ ਮਿਲ ਗਈ, ਤੇ ਇਹ ਵੀ ਸਤਿਗੁਰਾਂ ਨੇ ਤਾਰਿਆ ਹੈ, ਗੁਰੂ ਨਾਨਕ ਸਾਹਿਬ ਨੇ। ਤੇ ਇੱਕ ਕੀੜ ਜਾਤੀ ਦਾ ਮੂਲਾ ਨਾਂ ਦਾ ਸਿੱਖ ਸੀ, ਮੂਲਾ ਕੀੜਾ ਵਖਾਣੀ ਹੈ, ਉਹ ਵੀ ਅਚਰਜ ਕੰਮ ਸੀ ਉਹਦੇ ਵੀ, ਤੇ ਗੁਰਾਂ ਦਾ ਦਾਸ ਹੋਇਆ, ਤੇ ਉਹਨੇ ਵੀ ਗੁਰੂ ਸਾਹਿਬ ਨੂੰ ਬੜਾ ਹੀ ਪ੍ਰੇਮਾ ਭਗਤੀ ਦੇ ਨਾਲ ਪਾਇਆ, ਤੇ ਸਤਿਗੁਰਾਂ ਨੇ ਉਹਦੀ ਵੀ ਬੰਦ ਖਲਾਸੀ ਕੀਤੀ। ਫਿਰ ਸੋਇਰ ਜਾਤ ਦਾ ਖੰਡਾ ਤੇ ਪ੍ਰਿਥਾ ਤੇ ਖੇਡਾ ਨਾਮ ਦਾ ਇਹ ਖੱਤਰੀ ਸਿੱਖ ਸਨ ਦੋ। ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸ਼ਰਨ ਲੈ ਕੇ ਸਾਤ ਸੁੱਖ ਦੇ ਨਿਵਾਸੀ ਹੋਏ ਹਨ। ਪ੍ਰਿਥਾ ਖੇਡਾ ਸੋਇਰੀ ਚਰਨ ਸਰਨ ਗੁਣ ਸਹਿਜ ਗੁਰ ਸੁਖ ਸਹਿਜ ਨਿਵਾਸੀ, ਇਹ ਸੁਖ ਸਾਂਤ ਹੋਏ। ਫਿਰ ਭਲਾ ਰਬਾਬ ਵਜਾਏਂਦਾ ਮਜਲਸ ਮਰਦਾਨਾ ਮਿਰਾਸੀ, ਮਜਲਸ ਦਾ ਅਰਥ ਹੁੰਦਾ ਹੈ ਦੀਵਾਨ, ਦੀਵਾਨਾਂ ਦੇ ਵਿੱਚ ਇਹ ਬੜਾ ਭਲੀ ਰਬਾਬ ਵਜਾਉਂਦਾ ਸੀ। ਕੌਣ? ਭਾਈ ਮਰਦਾਨਾ ਜੀ। ਫਿਰ ਸਹਿਗਲ ਜਾਤ ਦੇ ਪ੍ਰਿਥੀ ਮਲ, ਤੇ ਸਹਿਗਲ ਜਾਤ ਦਾ ਜਿਹੜਾ ਸੀ ਉਹ ਪ੍ਰਿਥੀ ਮਲ ਤੇ ਚੰਗਾ ਭਗਤ ਸੀ। ਇਹ ਵੀ ਵਾਹਿਗੁਰੂ ਹਾਂਜੀ, ਪ੍ਰਿਥੀ ਮਲ ਸਹਿਗਲ ਭਲਾ, ਪ੍ਰਿਥੀ ਮਲ ਸਹਿਗਲ ਇਹ ਦੋ ਜਾਣੇ। ਫਿਰ ਰਾਮਾ ਟਿੱਡੀ ਭਗਤ ਅਭਿਆਸੀ, ਇਹ ਬੜੇ ਵੱਡੇ ਭਗਤ ਅਭਿਆਸੀ ਹੋਏ। ਫਿਰ ਲੋਧੀ ਜਾਤ ਦਾ ਜਿਹੜਾ ਦੌਲਤ ਖਾਂ ਪਠਾਨ ਸੀ, ਇਹ ਵੀ ਸਤਿਗੁਰਾਂ ਦਾ ਮੁਰੀਦ ਹੋਇਆ। ਦੌਲਤ ਖਾਂ ਲੋਧੀ ਭਲਾ ਜਿੰਦ ਪੀਰ ਹੋਆ ਜਿੰਦ ਪੀਰ ਅਬਿਨਾਸੀ, ਇਹ ਫਿਰ ਅਬਿਨਾਸੀ ਅਕਾਲ ਪੁਰਖ ਨੂੰ ਪ੍ਰਾਪਤ ਹੋਇਆ। ਇਹ ਵੀ ਕਿਹਾ ਜਾਂਦਾ ਹੈ ਕਿ ਪਹਿਲੋਂ ਕਿਸੇ ਜਿੰਦ ਪੀਰ ਨੂੰ ਮੰਨਦਾ ਸੀ, ਪਰ ਉਸ ਤੋਂ ਬਾਅਦ ਇਹਨੂੰ ਸਤਿਗੁਰਾਂ ਦੀ ਪ੍ਰਾਪਤੀ ਹੋਈ ਤੇ ਇਹਨੇ ਫਿਰ ਅਬਿਨਾਸੀ ਅਕਾਲ ਪੁਰਖ ਨੂੰ ਜਪਣਾ ਸ਼ੁਰੂ ਕੀਤਾ। ਫਿਰ ਮਾਲੋ ਮੰਗਾ ਦੋਏ ਤੇ ਸਿੱਖ ਦੋਏ, ਇਹ ਮਾਲੋ ਤੇ ਮੰਗਾ ਨਾਂ ਦੇ ਦੋ ਸਿੱਖ ਹੋਏ ਆ। ਗੁਰਬਾਣੀ ਰਸ ਰਸਕ ਬਿਲਾਸੀ, ਫਿਰ ਇਹਨਾਂ ਨੇ ਗੁਰਬਾਣੀ ਦੇ ਰਸ ਦੇ ਨਾਲ ਆਪਾਂ ਜਿਹੜਾ ਆ ਉਹ ਗੁਰੂ ਤੋਂ ਜਿਹੜਾ ਕੁਰਬਾਨ ਕੀਤਾ, ਭਾਵ ਇਹ ਵੀ ਫਿਰ ਉਸ ਅਕਾਲ ਪੁਰਖ ਨੂੰ ਮੰਨਣ ਵਾਲੇ ਹੋਏ, ਪ੍ਰੇਮੀ ਹੋਏ ਗੁਰੂ ਸਾਹਿਬ ਦੇ। ਸਨਮੁਖ ਕਾਲੂ ਆਸ ਧਰ, ਫਿਰ ਕਾਲੂ ਹੋਇਆ, ਕਾਲੂ ਖੱਤਰੀ, ਇਹਨੇ ਵੀ ਆਸ ਧਰ ਕੇ ਗੁਰਬਾਣੀ ਦੇ ਨਾਲ ਆਪਣੇ ਜੀਵਨ ਨੂੰ ਬਦਲਿਆ,
ਤੇ ਦਰਗਾਹ ਦੇ ਵਿੱਚ ਇਹਨੂੰ ਵੀ ਥਾਨ ਪ੍ਰਾਪਤ ਹੋਇਆ। ਸ਼ਾਬਾਸ਼ ਲੀਤੀ ਗੁਰਮਤ ਭਾਵੋ ਭਗਤ ਬਿਨਾਸੀ। ਗੁਰੂ ਦੀ ਸਿੱਖਿਆ ਲੈ ਕੇ ਪ੍ਰੇਮਾ ਭਗਤੀ ਦਾ ਪ੍ਰਕਾਸ਼ ਇਹਨਾਂ ਸਾਰਿਆਂ ਸਿੱਖਾਂ ਦੇ ਅੰਦਰ ਹੋਇਆ। ਸੋ ਇਹ ਸਿੱਖਾਂ ਦੇ ਜਿਹੜੇ ਨਾਮ ਹਨ। ਹੁਣ ਆਪਾਂ ਇਹਨਾਂ ਦੀ ਜਿਹੜੀ ਹੈ ਸਾਖੀ ਦੀ ਗੱਲ ਕਰਨੀ ਹੈ ਤੇ ਆਪਾਂ ਕੱਲੇ ਕੱਲੇ ਸਿੱਖ ਦੀ ਗੱਲ ਕਰਨੀ ਹੈ। ਸ਼ਾਇਦ ਆਪਾਂ ਨੂੰ ਇਸ ਪੌੜੀ ਦੇ ਉੱਤੇ 2 ਦਿਨ ਲੱਗ ਜਾਣ, ਕਿਉਂਕਿ ਕੱਲੇ ਕੱਲੇ ਸਿੱਖ ਦਾ ਵਿਖਿਆਨ ਜਿਹੜਾ ਹੈ ਭਾਈ ਸਾਹਿਬ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਦੱਸਿਆ ਹੈ। ਸਭ ਤੋਂ ਪਹਿਲਾਂ ਆਪ ਜੀ ਦੀ ਸਕਰੀਨ ਤੇ ਆ ਗਿਆ ਤਾਰੂ ਪੋਪਟ। ਤਾਰੂ ਪੋਪਟ ਦੀ ਕੀ ਸਾਖੀ ਹੈ? ਭਾਈ ਮਨੀ ਸਿੰਘ ਜੀ ਕਹਿੰਦੇ ਆ ਤਾਰੂ ਪੋਪਟ ਸਿੱਖ ਪਹਿਲੀ ਪਾਤਸ਼ਾਹੀ ਜੀ ਨੂੰ ਮਿਲਿਆ, ਪਹਿਲੇ ਪਾਤਸ਼ਾਹ ਨੂੰ ਮਿਲਿਆ ਗੁਰੂ ਨਾਨਕ ਸਾਹਿਬ ਨੂੰ। ਬਰਸਾਂ ਦਸਾਂ ਦੀ ਆਰਜਾ ਉਸਦੀ ਹੈਸੀ। ਇਹ 10 ਸਾਲਾਂ ਦਾ ਸੀ ਤਾਰੂ ਪੋਪਟ, 10 ਸਾਲਾਂ ਦਾ ਸੀ। ਸਾਹਿਬ ਦੇ ਦਰਸ਼ਨ ਨੂੰ ਆਇਆ, ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਇਆ ਤੇ ਅਰਦਾਸ ਕੀਤੀ। ਅਸ ਗਰੀਬ ਨਿਵਾਜ, ਇਹਨੇ ਅਰਦਾਸ ਕੀਤੀ ਆ ਕੇ ਦੋਵੇਂ ਹੱਥ ਜੋੜ ਕੇ ਕਿ ਹੇ ਗਰੀਬ ਨਿਵਾਜ, ਧੰਨ ਗੁਰੂ ਨਾਨਕ ਸਾਹਿਬ, ਸੁਣਿਆ ਹੈ ਜੋ ਸੰਤਾਂ ਨੂੰ ਮਿਲਦਾ ਹੈ ਤਿਸ ਨੂੰ ਸ਼ਾਂਤ ਪ੍ਰਾਪਤ ਹੁੰਦੀ ਹੈ। ਇਹ 10 ਸਾਲਾਂ ਦਾ ਹੈ ਤੇ 10 ਸਾਲਾਂ ਦਾ ਆ ਕੇ ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਕਰਦਾ, ਕਹਿੰਦਾ ਕਿ ਮੈਂ ਸੁਣਿਆ ਕਿ ਜੋ ਸੰਤਾਂ ਨੂੰ ਮਿਲਦਾ ਹੈ ਉਹਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਮੈਂ ਵੀ ਤੁਹਾਡੀ ਸ਼ਰਨ ਆਇਆ ਹਾਂ, ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ। ਤਾਂ ਸਾਹਿਬ ਬਚਨ ਕੀਤਾ। ਤਾਂ ਉਸ ਸਮੇਂ ਜਿਹੜਾ ਸੀ ਗੁਰੂ ਸਾਹਿਬ ਨੇ ਬਚਨ ਕੀਤਾ, ਗੁਰੂ ਨਾਨਕ ਸਾਹਿਬ ਨੇ, ਭਾਈ ਤਾਰੂ ਅਜੇ ਤੇਰੀ ਛੋਟੀ ਅਵਸਥਾ ਹੈ, ਤੁਧ ਆਪਣੇ ਘਰ-ਬਾਰ ਦਾ ਸੁੱਖ ਕੋਈ ਨਹੀਂ ਮਾਣਿਆ। ਕਹਿੰਦੇ ਤੂੰ 10 ਸਾਲਾਂ ਦਾ ਹੈ, ਤੇਰੀ ਅਵਸਥਾ ਛੋਟੀ ਆ, ਤੂੰ ਘਰ-ਬਾਰ ਦਾ ਕੋਈ ਸੁੱਖ ਨਹੀਂ ਮਾਣਿਆ। ਤੈਨੇ ਪਰਮੇਸ਼ਰ ਦੀ ਗੱਲ ਕਿੱਥੋਂ ਜਾਤੀ ਹੈ? ਤੈਨੂੰ ਕਿੱਥੋਂ ਪਤਾ ਲੱਗਾ? ਖੇਡਣ ਦੀ ਉਮਰ ਦੇ ਵਿੱਚ ਤੈਨੂੰ ਪਰਮੇਸ਼ਰ ਬਾਰੇ ਗਿਆਨ ਕਿੱਥੋਂ ਪ੍ਰਾਪਤ ਹੋਇਆ ਕਿ ਪਰਮੇਸ਼ਰ ਨਾਲ ਮਿਲਣਾ ਹੈ? ਤੈਨੂੰ ਇਹ ਗੱਲ ਕਿੱਥੋਂ ਪਤਾ ਲੱਗੀ? ਤਾਂ ਅੱਗੋਂ ਬੋਲਿਆ, ਜੋ ਜੀ ਮੇਰੀ ਮਾਈ ਅਗਨ ਜਲਾਵਣ ਲੱਗੀ ਸੀ, ਸੋ ਪਹਿਲੇ ਨਿੱਕੀਆਂ ਲੱਕੜੀਆਂ ਨੂੰ ਅੱਗ ਲੱਗੀ ਤਾਂ ਪਿੱਛੋਂ ਵੱਡੀਆਂ ਭੀ ਬਲੀਆਂ। ਤਾਂ ਮੇਰੇ ਮਨ ਵਿੱਚ ਭਉ ਆਇਆ, ਜੋ ਮੈਂ ਵੀ ਸਾਧਾਂ ਨੂੰ ਮਿਲਾਂ, ਜੋ ਮੇਰਾ ਵੀ ਕਲਿਆਣ ਹੋਵੇ। ਕਹਿੰਦਾ ਮੈਂ ਨਾ, ਮੇਰੀ ਮਾਤਾ ਜਿਹੜੀ ਸੀ, ਮੇਰੀ ਮਾਂ, ਉਹਨੇ ਅੱਗ ਜਲਾਈ ਤੇ ਅੱਗ ਜਲਾਉਣ ਲੱਗਿਆ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਛੋਟੀਆਂ ਲੱਕੜਾਂ ਹੁੰਦੀਆਂ ਪਹਿਲਾਂ ਛੱਡ ਜਾਂਦੀਆਂ। ਕਹਿੰਦਾ ਮੇਰੇ ਮਨ ਵਿੱਚ ਆਈ ਕਿ ਮਨਾ ਤੂੰ ਤੇ ਛੋਟਾ ਹੈ ਤੇ ਇਹ ਨਾ ਹੋਵੇ ਤੇਰੀ ਮੌਤ ਹੋ ਜੇ, ਜਿਵੇਂ ਛੋਟੀਆਂ ਲੱਕੜੀਆਂ ਪਹਿਲਾਂ ਸੜ ਜਾਂਦੀਆਂ ਤੇ ਤੇਰੀ ਮੌਤ ਹੋ ਜੇ। ਕਹਿੰਦਾ ਮੇਰੇ ਮਨ ਵਿੱਚ ਇਹ ਗੱਲ ਬੜੀ ਅੜਕੀ ਕਿ ਇਹ ਨਾ ਹੋਵੇ ਤੇਰੀ ਮੌਤ ਹੋ ਜੇ, ਤੂੰ ਤੇ ਛੋਟਾ ਆ, ਭਾਵੇਂ ਜਿਵੇਂ ਲੋਕ ਛੋਟੀਆਂ ਲੱਕੜੀਆਂ ਸੜ ਜਾਂਦੀਆਂ, ਨਾ ਹੋਵੇ ਤੂੰ ਵੀ ਖਤਮ ਹੋ ਜੇ। ਇਸ ਕਰਕੇ ਮੇਰੇ ਮਨ ਵਿੱਚ ਡਰ ਆਇਆ ਤੇ ਮੈਂ ਸੋਚਿਆ ਵੀ ਚਲੋ ਸਾਧਾਂ ਦੀ ਸੰਗਤ ਚੱਲਦੇ ਆ ਤੇ ਤਾਂ ਕਿ ਮੇਰਾ ਕਲਿਆਣ ਹੋਵੇ। ਮਿਰਤ ਦਾ ਵਿਸਾਹ ਨਹੀਂ ਹੈ ਕਿ ਮੌਤ ਦਾ ਤੇ ਕੋਈ ਵਿਸਾਹ ਨਹੀਂ ਕਦੋਂ ਆ ਜਾਵੇ। ਤਾਂ ਬਚਨ ਕੀਤਾ ਤੇ ਫਿਰ ਬਚਨ ਕੀਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ, ਤਾਰੂ ਤੂੰ ਕੁੱਲ ਤਾਰੂ ਹੋਵੇਂਗਾ। ਭਾਈ ਤਾਰੂ ਤੂੰ ਕੁੱਲ ਦਾ ਤਾਰੂ ਹੋਏਗਾ, ਆਪਣੀ ਕੁੱਲ ਨੂੰ ਤਾਰੇਗਾ, ਧਰਮ ਦੀ ਕਿਰਤ ਕਰਕੇ ਵੰਡ ਖਾਵਣਾ। ਭਾਈ ਤਾਰੂ ਤੂੰ ਧਰਮ ਦੀ ਕਿਰਤ ਕਰਕੇ ਵੰਡ ਖਾਵਣਾ। ਤੇ ਜੋ ਸਵਾਸ, ਜਿਹੜੇ ਸਵਾਸ ਹਨ ਜਦੋਂ ਅੰਦਰ ਜਾਂਦੇ ਆ ਤੇ ਜਦੋਂ ਤੇਰੇ ਸਵਾਸ ਬਾਹਰ ਆਉਂਦੇ ਆ, ਵਾਹਿਗੁਰੂ, ਹਾਂਜੀ, ਜੇ ਸਵਾਸ ਅੰਦਰ ਜਾਵੇ ਆਵੇ ਸੋ ਵਾਹਿਗੁਰੂ ਜਪਣਾ ਤੇ ਬਾਹਰ ਜਾਵੇ ਤਾਂ ਵਾਹਿਗੁਰੂ ਜਪਣਾ। ਤੇ ਮਨ ਰਾਗ ਦਵੈਖ ਤੇ ਸ਼ੁੱਧ ਕਰਨਾ, ਮਨ ਦੇ ਵਿੱਚ ਵਿਕਾਰ ਕੱਢ ਦੇਣੇ, ਰਾਗ ਦਵੈਖ ਦੇ ਸਾਰੇ ਤਰ੍ਹਾਂ ਦੇ ਵਿਕਾਰ ਆਪਣੇ ਅੰਦਰੋਂ ਖਤਮ ਕਰਨੇ, ਆਪਣਾ ਮਨ ਸ਼ੁੱਧ ਕਰਨਾ। ਇੱਕ ਰਾਜੇ ਨੇ ਫਟਕ ਦਾ ਮੰਦਿਰ ਬਣਾਇਆ ਸੀ ਤੇ ਇੱਕ ਦੀਵਾਰ ਵਿੱਚ ਮੂਰਤਾਂ ਸੁਵਰਨ ਦੀਆਂ ਤੇ ਨਗਾਂ ਦੀਆਂ ਜੜੀਆਂ ਸੀ ਤੇ ਇੱਕ ਨਾ ਨੇ ਦੂਜੀ ਦੀਵਾਰ ਘੋੜ ਸੁੱਧ ਕੀਤੀ ਸੀ। ਸਭੇ ਮੂਰਤਾਂ ਉਸੇ ਵਿੱਚ ਭਾਸਣ ਲੱਗੀਆਂ। ਕਹਿੰਦੇ ਜਿਵੇਂ ਕੋਈ ਰਾਜੇ ਨੇ ਕੋਈ ਬਣਾਇਆ ਹੋਵੇ, ਸੋਹਣੀ ਜੀ ਦੀਵਾਰ ਬਣਾਈ ਹੋਵੇ, ਉਹਦੇ ਤੇ ਮੂਰਤਾਂ ਟੰਗੀਆਂ ਹੋਣ ਤੇ ਫਿਰ ਕੋਈ ਉਹਦੇ ਅੱਗੇ ਲਿਆ ਕੇ ਸ਼ੀਸ਼ਾ ਰੱਖ ਦੇਵੇ, ਉਹ ਮੂਰਤਾਂ ਉਸ ਸ਼ੀਸ਼ੇ 'ਚ ਵੀ ਦਿਖਣ ਲੱਗ ਪੈਂਦੀਆਂ। ਕਹਿੰਦੇ ਇਸੇ ਤਰ੍ਹਾਂ ਅਕਾਲ ਪੁਰਖ ਸ਼ੁੱਧ ਸਰੂਪ ਹੈ ਤੇ ਜਦੋਂ ਉਹਦੇ ਅੱਗੇ ਆਪਣਾ ਮਨ ਰੱਖ ਦਿੰਦੇ ਆ ਤੇ ਉਹ ਵੀ ਸਾਡੇ ਮਨ ਦੇ ਵਿੱਚ ਆ ਜਾਂਦਾ ਹੈ। ਸਭੇ ਮੂਰਤਾਂ ਉਸੇ ਵਿੱਚ ਭਾਸਣ ਲੱਗੀਆਂ, ਉਵੇਂ ਹੀ ਅਕਾਲ ਪੁਰਖ ਸਾਡੇ ਹਿਰਦੇ 'ਚ ਵਸਦਾ ਹੈ। ਤਾਂ ਤੇ ਹਿਰਦੇ ਸ਼ੁੱਧ ਵਿੱਚ ਸਭੇ ਗੁਣ ਭਾਸਦੇ ਹਨ। ਇਸ ਕਰਕੇ ਜਿਹਦਾ ਹਿਰਦਾ ਸ਼ੁੱਧ ਹੁੰਦਾ ਹੈ ਨਾ, ਉਹਦੇ ਵਿੱਚ ਹੀ ਪ੍ਰਮਾਤਮਾ ਦੇ ਗੁਣ ਜਿਹੜੇ ਆ ਉਹ ਵਸਦੇ ਹਨ। ਇਸੇ ਤਰ੍ਹਾਂ ਭਾਈ ਤਾਰੂ ਵਰਤੇ, ਇਸੇ ਤਰ੍ਹਾਂ ਉਹਨਾਂ ਨੇ ਆਪਣਾ ਜੀਵਨ ਜਿਹੜਾ ਹੈ ਨਾ ਵਰਤਿਆ, ਇਸੇ ਤਰ੍ਹਾਂ ਹੀ ਰਹੇ ਤੇ ਧਰਮ ਦੀ ਕਿਰਤ ਕਰੇ। ਧਰਮ ਦੀ ਕਿਰਤ ਕਰਦੇ ਸੀ ਤੇ ਸਦਾ ਭੋਜਨ ਕਰੇ ਤੇ ਆਇਆ ਸਿੱਖਾਂ ਦੀ ਸੇਵਾ ਕਰੇ। ਭੋਜਨ ਕਰ ਸਦਾ, ਸਾਦਾ ਇੱਥੇ ਸ਼ਬਦ ਸਾਦਾ ਸੀ,
ਸਾਦਾ ਭੋਜਨ ਕਰਦੇ ਸੀ ਤੇ ਫਿਰ ਸਿੱਖਾਂ ਦੀ ਆਇਆਂ ਗਿਆਂ ਦੀ ਸੇਵਾ ਕਰਦੇ ਸੀ ਤੇ ਤੁਰਨ ਤਾਂ ਨਾਲ ਜਾ ਕੇ ਪਹੁੰਚਾਏ ਆਵੇ। ਜੇ ਕੋਈ ਵਾਪਸ ਜਾਣ ਲੱਗਦਾ ਉਹਦੇ ਨਾਲ ਜਾ ਕੇ ਉਹਨੂੰ ਵਿਦਾ ਕਰਦੇ ਬੜੇ ਪਿਆਰ ਦੇ ਨਾਲ। ਸਭਨਾਂ ਨਾਲ ਭਾਓ ਭਗਤ ਕਰੇ, ਸਾਰਿਆਂ ਦੇ ਨਾਲ ਪ੍ਰੇਮਾ ਭਗਤੀ ਦਾ ਜਿਹੜਾ ਸੀ ਉਹ ਲਾਪ ਕਰਦਾ, ਸਾਰਿਆਂ ਨੂੰ ਇੱਕ ਰੂਪ ਜਾਣਦਾ, ਤਿਸ ਦਾ ਉਧਾਰ ਇਸੇ ਤਰ੍ਹਾਂ ਹੋਇਆ। ਸੋ ਇਸ ਤਰ੍ਹਾਂ ਭਾਈ ਤਾਰੂ ਪੋਪਟ ਦਾ ਜਿਹੜਾ ਸੀ ਉਹ ਉਧਾਰ ਹੋਇਆ ਕਿ ਭਾਈ ਤੂੰ ਛੋਟੀ ਉਮਰ ਦਾ ਹੈ ਤਾਰੂ ਪੋਪਟ, ਤੇਰਾ ਜਿਹੜਾ ਉਧਾਰ ਹੈ ਇਸ ਤਰ੍ਹਾਂ ਹੋ ਗਿਆ ਟਾਈਮ। ਸੋ ਇਸ ਤਰ੍ਹਾਂ ਜਿਹੜਾ ਹੈ ਤਾਰੂ ਪੋਪਟ ਜੋ ਪਹਿਲੀ ਸਾਖੀ ਇੱਥੇ ਸਮਾਪਤ ਹੋਈ ਹੈ ਕਿ ਕਿਵੇਂ ਭਾਈ ਤਾਰੂ ਪੋਪਟ ਦਾ ਜਿਹੜਾ ਹੈ ਉਧਾਰ ਹੋਇਆ ਜਦੋਂ ਉਹਨੇ ਆ ਕੇ ਸਤਿਗੁਰਾਂ ਨੂੰ ਕਿਹਾ ਕਿ ਸਤਿਗੁਰੂ ਮੇਰੀ ਵੀ ਕਲਿਆਣ ਕਰੋ। ਸਤਿਗੁਰਾਂ ਨੇ ਕਿਹਾ ਤੇਰੀ ਇੰਨੀ ਛੋਟੀ ਉਮਰ ਹੈ ਤੇ ਇੰਨੀ ਛੋਟੀ ਉਮਰ ਦੇ ਵਿੱਚ ਤੈਨੂੰ ਖੇਡਣ ਦੀ ਉਮਰ ਦੇ ਵਿੱਚ ਕਿਵੇਂ ਪਤਾ ਲੱਗਾ ਕਿ ਪਰਮਾਰਥ ਕੀ ਹੈ। ਤੇ ਉਹਨੇ ਕਿਹਾ ਜਦੋਂ ਮੈਂ ਆਪਣੀ ਮਾਤਾ ਨੂੰ ਅੱਗ ਬਾਲਦਿਆਂ ਚੁੱਲ੍ਹੇ 'ਚ ਦੇਖਿਆ ਤੇ ਉਹਨੇ ਮੈਨੂੰ ਕਿਹਾ ਵੀ ਪੁੱਤ ਛੋਟੀਆਂ ਛੋਟੀਆਂ ਲੱਕੜਾਂ ਲਿਆ, ਤੇ ਮੈਨੂੰ ਲਿਆ ਕੇ ਛੋਟੀਆਂ ਛੋਟੀਆਂ ਲੱਕੜਾਂ ਦਿੱਤੀਆਂ ਤੇ ਉਹਨੇ ਉਹ ਛੋਟੀਆਂ ਲੱਕੜਾਂ ਪਹਿਲੋਂ ਸਾੜੀਆਂ ਤੇ ਉਹਦੇ ਨਾਲ ਵੱਡੀਆਂ ਲੱਕੜਾਂ ਨੂੰ ਅੱਗ ਪਈ। ਤੇ ਮੇਰੇ ਮਨ 'ਚ ਇਹ ਖਿਆਲ ਆਇਆ ਕਿ ਮੌਤ ਦਾ ਭਲਿਆ ਕੋਈ ਪਤਾ ਨਹੀਂ ਹੈ, ਕੀ ਪਤਾ ਉਹ ਕਦੋਂ ਲੈ ਜਾਵੇ, ਛੋਟੀ ਉਮਰ ਦੇ ਵਿੱਚ ਹੀ ਲੈ ਜਾਵੇ, ਮੌਤ ਦਾ ਨਹੀਂ ਨਾ ਕੋਈ ਪਤਾ। ਤੇ ਕਹਿੰਦਾ ਇਸ ਕਰਕੇ ਮੈਂ ਸੋਚਿਆ ਕਿ ਕਿਉਂ ਨਾ ਸਾਧੂਆਂ ਸੰਤਾਂ ਦੇ ਕੋਲ ਜਾਵਾਂ ਤੇ ਮੈਨੂੰ ਇਸ ਤਲਵੰਡੀ ਸ਼ਹਿਰ ਦੇ ਵਿੱਚ ਇੱਕੋ ਹੀ ਮਹਾਂਪੁਰਖ, ਇੱਕੋ ਹੀ ਸਾਧੂ, ਇੱਕੋ ਹੀ ਸੰਤ ਤੁਸੀਂ ਦਿਖੇ ਹੋ ਤੇ ਤਾਂ ਕਰਕੇ ਮੈਂ ਤੁਹਾਡੇ ਕੋਲ ਆਇਆ ਤੇ ਕਿਰਪਾ ਕਰੋ ਮੇਰਾ ਕਲਿਆਣ ਕਰੋ। ਫਿਰ ਸਤਿਗੁਰਾਂ ਨੇ ਇਹਨੂੰ ਕਿਹਾ ਕਿ ਭਾਈ ਆਪਣਾ ਮਨ ਸ਼ੁੱਧ ਕਰ, ਵਾਹਿਗੁਰੂ ਦਾ ਨਾਮ ਜਪ, ਧਰਮ ਦੀ ਕਿਰਤ ਕਰ ਤੇ ਤੇਰਾ ਜੀਵਨ ਜਿਹੜਾ ਹੈ ਉਹ ਪਵਿੱਤਰ ਹੋਏਗਾ, ਤੂੰ ਕੁੱਲ ਦਾ ਤਾਰੂ ਹੋਏਗਾ। ਸੋ ਇਸ ਤਰ੍ਹਾਂ ਜਿਹੜਾ ਭਾਈ ਤਾਰੂ ਪੋਪਟ ਦੀ ਜਿਹੜੀ ਹੈ ਉਹ ਕਲਿਆਣ ਹੋਈ। ਫਿਰ ਇਸ ਤੋਂ ਬਾਅਦ ਅਗਲੇ ਸਿੱਖਾਂ ਦੀ ਜਿਹੜੀ ਗੱਲ ਹੈ ਆਪਾਂ ਕੱਲ ਨੂੰ ਵਿਚਾਰਾਂਗੇ, ਸਮਾਂ ਹੋ ਚੁੱਕਾ ਹੈ। ਕੱਲ ਨੂੰ ਮੂਲਾ, ਕੀੜਾ ਜਿਹੜਾ ਹੈ, ਪ੍ਰਿਥਾ, ਇਹਨਾਂ ਦੇ ਬਾਰੇ ਜਿਹੜੀ ਗੱਲ ਆਉਣੀ ਹੈ ਉਹ ਆਪਾਂ ਕੱਲ ਦੇ ਜਿਹੜੀ ਕਲਾਸ ਦੇ ਵਿੱਚ ਵਿਚਾਰਨਾ ਹੈ। ਇਸੇ ਤਰ੍ਹਾਂ 6 ਗੁਰੂ ਸਾਹਿਬਾਨਾਂ ਦੇ ਹੁਣ ਸਿੱਖਾਂ ਦੀ ਗੱਲ ਆਉਣੀ ਹੈ, ਕਿਵੇਂ ਕਿਵੇਂ ਉਹਨਾਂ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤੇ ਤੇ ਕਿਵੇਂ ਕਿਵੇਂ ਉਹਨਾਂ ਦਾ ਕਲਿਆਣ ਹੋਇਆ। ਆਪ ਜੀ ਨੇ ਇਸੇ ਤਰ੍ਹਾਂ ਜੁੜ ਕੇ ਤੇ ਇਸ ਕਲਾਸ ਦਾ ਲਾਹਾ ਲੈਣਾ। ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਤੇ ਹੁਣ ਮੈਂ ਆਪ ਜੀ ਨੂੰ ਬੇਨਤੀ ਕਰਾਂ ਕਿ ਜੇ ਕਿਸੇ ਨੇ ਕੁਛ ਆਪ ਜੀ ਨੇ ਪੁੱਛਣਾ ਹੈ ਤੇ ਆਪ ਜੀ ਆਪਣੀ ਜੋ ਹੈ ਮਾਈਕ ਨੂੰ ਔਨ ਕਰਕੇ ਤੇ ਪੁੱਛ ਸਕਦੇ ਹੋ। ਵਾਹਿਗੁਰੂ। ਤੇ ਇਸੇ ਤਰ੍ਹਾਂ ਆਪ ਜੀ ਨੇ ਸ਼ਾਮ ਦੀ ਕਲਾਸ ਵਿੱਚ ਜੁੜਨਾ। ਆਪਾਂ ਆਨੰਦ ਸਾਹਿਬ ਦੀ, ਹਾਂਜੀ, ਧਰਮ ਦੀ ਕਿਰਤ ਡਿਟੇਲ ਚ ਦੱਸੋ। ਧਰਮ ਦੀ ਕਿਰਤ ਸਾਧ ਸੰਗਤ ਹੁੰਦੀ ਹੈ, ਜਿਵੇਂ ਆਪਾਂ ਕੋਈ ਵੀ ਕਾਰਜ ਕਰਦੇ ਆ ਨਾ, ਉਹ ਧਰਮ ਨੂੰ ਅੱਗੇ ਰੱਖ ਕੇ ਕਰਨਾ। ਇੱਕ ਸ਼ਬਦ ਲੋਕੀ ਜ਼ਿਆਦਾ ਕਹਿੰਦੇ ਆ ਕਿ ਕੰਮ ਹੀ ਪੂਜਾ ਹੈ। ਮੈਂ ਕਹਿੰਦਾ ਕਿ ਪੂਜਾ ਕਰਕੇ ਕੰਮ ਕੀਤਾ ਜਾਵੇ ਤੇ ਉਹ ਬੈਸਟ ਹੈ। ਕੰਮ ਹੀ ਪੂਜਾ, ਕਈ ਕਹਿੰਦੇ ਨਾ ਕੰਮ 'ਚ ਹੀ ਲੱਗੇ ਰਹੋ ਤੇ ਕੰਮ ਹੀ ਪੂਜਾ। ਪਰ ਜਿਹੜਾ ਧਰਮ ਕਮਾ ਕੇ ਕੀਤਾ ਜਾਵੇ ਨਾ, ਉਹਨੂੰ ਕਿਹਾ ਜਾਂਦਾ ਧਰਮ ਦੀ, ਉਹਨੂੰ ਕਿਰਤ ਕਿਹਾ ਜਾਂਦਾ ਧਰਮ। ਕਿਉਂਕਿ ਜਦੋਂ ਮਨੁੱਖ ਧਰਮ ਦੀ ਕਿਰਤ ਕਰਦਾ ਨਾ ਸਾਧ ਸੰਗਤ, ਫਿਰ ਉਹਦੇ ਜੀਵਨ ਦੇ ਵਿੱਚੋਂ ਇਹ ਗੱਲ ਸਾਹਮਣੇ ਆਉਂਦੀ ਆ, ਫਿਰ ਪਤਾ ਲੱਗਦਾ ਕਿ ਅਸਲ ਧਰਮ ਹੁੰਦਾ ਕੀ ਹੈ। ਜਿਸ ਮਨੁੱਖ ਨੇ ਕੰਮ ਹੀ ਪੂਜਾ ਸਮਝ ਲਈ, ਉਹ ਤੇ ਫਿਰ ਦੂਸਰਿਆਂ ਦੇ ਕੋਲੋਂ ਲੈ ਕੇ ਖਾਈ ਜਾਏਗਾ ਤੇ ਬਸ ਆਪਣਾ ਢਿੱਡ ਭਰਨ ਤੱਕ ਹੀ ਸੀਮਿਤ ਹੋਏਗਾ। ਪਰ ਜਿਹੜਾ ਧਰਮ ਕਮਾ ਕੇ ਕਿਰਤ ਕਰੇਗਾ ਨਾ, ਉਹਨੇ ਪਤਾ ਰਹੂਗਾ ਕਿ ਹਾਂ ਇਸ ਕਿਰਤ ਦੇ ਵਿੱਚੋਂ ਮੈਂ ਆਪਣਾ ਦਸਵੰਧ ਵੀ ਕੱਢਣਾ ਹੈ ਤੇ ਆਪ ਵੀ ਖਾਣਾ ਹੈ ਤੇ ਦੂਸਰਿਆਂ ਦੇ ਵਾਸਤੇ ਮੇਰਾ ਜੋ ਫਰਜ਼ ਬਣਦਾ ਹੈ ਉਹਨੂੰ ਕਮਾਉਣਾ ਹੈ। ਇਹਨੂੰ ਕਹਿੰਦੇ ਆ ਧਰਮ ਦੀ ਕਿਰਤ ਕਰਨ। ਭਾਵ ਧਰਮ ਵੀ ਪਰਪੱਕ ਰੱਖਣਾ, ਧਰਮ ਨਾਲ ਵੀ ਜੁੜੇ ਰਹਿਣਾ ਤੇ ਕਿਰਤ ਵਿੱਚੋਂ ਵੀ ਆਪਣੇ ਧਰਮ ਨੂੰ ਦੇਖਣਾ। ਜੇ ਆਪਣਾ ਕਾਰਜ ਕੋਈ ਵੀ ਕਰਦੇ ਆ ਨਾ, ਕੋਈ ਦੁਕਾਨ ਤੇ ਬੈਠਾ ਹੈ ਤੇ ਜੇ ਉੱਥੇ ਉਹ ਤੱਕੜੀ ਦੇ ਵਿੱਚ ਤੋਲਣ ਲੱਗਾ ਤੇ ਉਹਨੂੰ ਸੋਚਣਾ ਚਾਹੀਦਾ ਕਿ ਮੇਰਾ ਧਰਮ ਕੀ ਕਹਿੰਦਾ, ਮੈਂ ਵੱਧ ਤੋਲ ਰਿਹਾ ਕਿ ਘੱਟ ਤੋਲ ਰਿਹਾ। ਇਹ ਗੱਲ ਨਾ ਯਾਦ ਰੱਖਣੀ ਚਾਹੀਦੀ। ਇੱਕ ਸਾਖੀ ਯਾਦ ਆ ਗਈ, ਮੈਂ ਸੁਣਾ ਹੀ ਦੇਵਾਂ, ਟਾਈਮ ਹੈ ਥੋੜਾ, 44 ਮਿੰਟ ਹੋਏ। ਹਾਂਜੀ, ਤੇ ਭਾਈ ਬੰਨੋ ਜੀ ਬਾਰੇ ਆਪ ਜੀ ਨੇ ਸੁਣਿਆ ਹੋਏਗਾ। ਭਾਈ ਬੰਨੋ ਜੀ, ਗੁਰੂ ਸਾਹਿਬ ਨੂੰ ਇੱਕ ਸਿੱਖ ਨੇ ਸਵਾਲ ਕੀਤਾ ਕਿ ਸਤਿਗੁਰੂ ਕੋਈ ਸਿੱਖ ਹੈਗਾ ਜਿਹੜਾ ਧਰਮ ਵੀ ਕਮਾਉਂਦਾ ਹੋਵੇ ਤੇ ਕਿਰਤ ਵੀ ਕਰਦਾ ਹੋਵੇ, ਤੇ ਉਹਦੀ ਕਿਰਤ ਤੇ ਧਰਮ ਇੱਕੋ ਜਿਹੇ ਹੋਣ, ਮਤਲਬ ਉਹ ਧਰਮ ਦੀ ਕਿਰਤ ਜਿਹੜੀ ਆ ਉਹ ਕਰਕੇ ਕਮਾਉਂਦਾ ਹੋਵੇ। ਤੇ ਸਿੱਖ ਨੂੰ ਸਤਿਗੁਰਾਂ ਨੇ ਕਿਹਾ ਵੀ ਭਾਈ ਫਲਾਨੀ ਜਗ੍ਹਾ ਚਲੇ ਜਾ, ਉੱਥੇ ਸਾਡਾ ਸਿੱਖ ਹੈ ਬੰਨੋ ਨਾਂ ਦਾ, ਉਹਨੂੰ ਜਾ ਕੇ ਮਿਲਣਾ। 5ਵੇਂ ਪਾਤਸ਼ਾਹ ਦੇ ਵੇਲੇ ਦੀ ਗੱਲ ਹੈ। ਤੇ ਇਹ ਸਿੱਖ ਗਿਆ। ਇਹ ਜਦੋਂ ਪਹੁੰਚਿਆ ਨਾ ਉਹਦੇ ਘਰ, ਤੇ ਉਹ ਸਿੱਖ ਨਾ ਬਾਹਰ ਦੁਕਾਨ ਉਹਦੀ ਸੀ ਘਿਓ ਦੀ, ਘਿਓ ਦਾ ਕੰਮ ਕਰਦੇ ਸੀ।
ਤੇ ਕਿਸੇ ਨਾਲ 2 ਪੈਸਿਆਂ ਦੇ ਪਿੱਛੇ ਲੜਾਈ ਕਰੀ ਜਾਵੇ ਸਿੱਖ, 2 ਪੈਸਿਆਂ ਦੇ ਪਿੱਛੇ ਲੜਾਈ ਕਰੀ ਜਾਵੇ, ਉਹ ਕਵੇ ਕਿ ਵੀ ਮੈਂ ਤੈਨੂੰ 2 ਪੈਸੇ ਘੱਟ ਦੇਣੇ ਆ, ਸਿੱਖ ਕਵੇ ਵੀ ਭਾਈ ਮੇਰੇ 2 ਪੈਸੇ ਬਣਦੇ ਆ ਤੇ ਮੈਂ ਲੈਣੇ ਹੀ ਲੈਣੇ ਆ। ਕਹਿੰਦਾ ਜੀ ਉਹਨੇ ਚਲੋ ਲੜਾਈ ਖਤਮ ਹੋਈ। ਸਿੱਖ ਜਿਹੜਾ ਸੀ ਨਾ ਉਹ ਵੇਖੀ ਗਿਆ ਤੇ ਵੇਖ ਕੇ ਕਹਿੰਦਾ ਮਨ ਚ ਸੋਚਦਾ, ਕਹਿੰਦਾ ਗੁਰੂ ਸਾਹਿਬ ਨੇ ਕਿਹੋ ਜਿਹੀ ਜਗ੍ਹਾ ਤੇ ਭੇਜਤਾ, ਇਹ ਤੇ ਸਿੱਖ 2 ਪੈਸਿਆਂ ਪਿੱਛੇ ਲੜੀ ਜਾਂਦਾ। ਇਹ ਕਾਹਦਾ ਸਿੱਖ ਆ ਜਿਹਦੇ ਬਾਰੇ ਸਤਿਗੁਰੂ ਕਹਿੰਦੇ ਕਿ ਧਰਮ ਦੀ ਕਿਰਤ ਵੀ ਕਰਦਾ ਤੇ ਨਾਮ ਵੀ ਜਪਦਾ। ਇਹ ਕਿਹੋ ਜਿਹਾ ਸਿੱਖ ਹੋਇਆ ਜਿਹੜਾ 2 ਪੈਸਿਆਂ ਪਿੱਛੇ ਲੜੀ ਜਾਵੇ। ਚਲੋ ਸਿੱਖ ਨੇ ਜਾ ਕੇ ਹੁਕਮਨਾਮਾ ਸਤਿਗੁਰਾਂ ਦਾ ਦਿੱਤਾ ਵੀ ਭਾਈ ਮੈਨੂੰ ਗੁਰੂ ਸਾਹਿਬ ਨੇ ਭੇਜਿਆ। ਤੇ ਸਿੱਖ ਨੇ ਪਹਿਲੋਂ ਪੈਰੀ ਹੱਥ ਲਾਇਆ, ਭਾਈ ਬੰਨੋ ਨੇ ਪੈਰੀ ਹੱਥ ਲਾਇਆ ਤੇ ਅੰਦਰ ਲੈ ਗਏ। ਅੰਦਰ ਲੈ ਕੇ ਕਹਿੰਦੇ ਵੀ ਪਹਿਲਾਂ ਜਲ ਪਾਣੀ ਛਕਣਾ ਕਿ ਇਸ਼ਨਾਨ ਕਰਨਾ। ਸਿੱਖ ਕਹਿੰਦਾ ਜੀ ਇਸ਼ਨਾਨ ਕਰਨਾ। ਕਹਿੰਦਾ ਫਿਰ ਇਸ਼ਨਾਨ ਕਰਨਾ ਹੈ ਤੇ ਇਹ ਦੱਸੋ ਪਾਣੀ ਗਰਮ ਦੇਵਾਂ ਕਿ ਠੰਡਾ ਦੇਵਾਂ? ਭਾਈ ਬੰਨੋ ਨੇ ਪੁੱਛਿਆ। ਸਿੱਖ ਕਹਿੰਦਾ ਵੀ ਮੈਂ ਪਾਣੀ ਨਾਲ ਇਸ਼ਨਾਨ ਨਹੀਂ ਕਰਨਾ, ਮੈਨੂੰ ਪਤਾ ਲੱਗਾ ਤੇਰਾ ਘਿਓ ਦਾ ਕਾਰੋਬਾਰ ਆ ਤੇ ਮੈਂ ਘਿਓ ਦੇ 2 ਮੱਟ ਲੈਣੇ ਜਿਨ੍ਹਾਂ ਦੇ ਨਾਲ ਇਸ਼ਨਾਨ ਕਰਨਾ, 2 ਮੱਟ ਘਿਓ ਦੇ ਮੈਂ ਘਿਓ ਦੇ ਨਾਲ ਇਸ਼ਨਾਨ ਕਰਨਾ। ਤੇ ਕਹਿੰਦੇ ਕਿ ਭਾਈ ਬੰਨੋ ਨੇ ਕੀ ਕੀਤਾ, ਜਿਸ ਜਗ੍ਹਾ ਦੇ ਉੱਤੇ ਬਹਿ ਕੇ ਇਸ਼ਨਾਨ ਕਰਨਾ ਸੀ ਨਾ, ਫੱਟੀ ਡਾਈ ਹੁੰਦੀ ਹੈ ਜਿਹਦੇ ਉੱਤੇ ਬਹਿ ਕੇ ਇਸ਼ਨਾਨ ਕਰਦੇ ਆ, ਭਾਈ ਬੰਨੋ ਨੇ 2 ਜਿਹੜੇ ਮੱਟ ਸੀ ਨਾ, 2 ਮਟਕੇ ਘਿਓ ਦੇ ਉਸ ਫੱਟੀ ਦੇ ਡੋਲ ਤੇ ਜਦੋਂ ਫੱਟੀ ਦੇ ਡੋਲੇ ਤੀਸਰਾ ਮਟਕਾ ਫੜ ਕੇ ਤੇ ਡੋਲਣ ਲੱਗਾ ਤੇ ਉਹ ਸਿੱਖ ਨੇ ਨਾ ਭਾਈ ਬੰਨੋ ਦੀ ਬਾਹ ਫੜ ਲਈ। ਭਾਈ ਬੰਨੋ ਦੀ ਬਾਹ ਫੜਦੀ ਤੇ ਕਹਿੰਦਾ ਸਿੱਖਾ ਤੂੰ 2 ਪੈਸਿਆਂ ਦੇ ਪਿੱਛੇ ਬਾਹਰ ਲੜੀ ਜਾਂਦਾ ਸੀ ਤੇ ਹੁਣ ਤੂੰ 2 ਮੱਟ ਜਿਹੜੇ ਆ ਉਹ ਘਿਓ ਦੇ ਇਸ ਫੱਟੀ ਤੇ ਡੋਲ ਛੱਡੇ। ਤੇ ਉਹ ਅੱਗੇ ਕਹਿੰਦਾ ਭਾਈ ਬੰਨੋ, ਕਹਿੰਦਾ ਉਹ ਮੇਰੀ ਕਿਰਤ ਸੀ ਤੇ ਇਹ ਮੇਰਾ ਧਰਮ ਆ। ਧਰਮ ਤੇ ਕਿਰਤ ਜਿਹੜਾ ਹੈ ਨਾ, ਇਹ ਦੋਵੇਂ ਅਕਾਲ ਪੁਰਖ ਦੇ। ਉੱਥੇ ਮੈਨੂੰ ਗੁਰੂ ਸਾਹਿਬ ਨੇ ਧਰਮ ਦੀ ਕਿਰਤ ਕਰਨ ਵਾਸਤੇ ਕਿਹਾ ਵੀ ਨਾ ਕਿਸੇ ਨੂੰ ਵੱਧ ਤੋਲ ਕੇ ਦੇਣਾ ਤੇ ਨਾ ਕਿਸੇ ਨੂੰ ਘੱਟ ਦੇਣਾ ਹੀ, ਇਹ ਜਿਹੜਾ ਹੈ ਇਹ ਧਰਮ ਦੀ ਕਿਰਤ ਆ। ਤੇ ਇੱਥੇ ਮੇਰਾ ਧਰਮ ਮੈਨੂੰ ਕਹਿੰਦਾ ਕਿ ਗੁਰੂ ਸਿੱਖ ਆਇਆ ਤੇ ਇਹਦੀ ਸੇਵਾ ਕਰਨੀ। ਸੋ ਇਹ ਹੁੰਦੀ ਹੈ ਧਰਮ ਦੀ ਕਿਰਤ। ਸੋ ਸਾਖੀ ਤੇ ਚਲੋ ਕਾਫੀ ਲੰਬੀ ਹੈ, ਫਿਰ ਕਿਤੇ ਸਮਾਂ ਲੱਗਾ ਤੇ ਆਪਾਂ ਵਿਚਾਰ ਕਰਾਂਗੇ। ਸਮਾਂ ਹੋ ਚੁੱਕਾ ਹੈ ਸਾਧ ਸੰਗਤ, ਇੰਨੀਆਂ ਕਿ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸੋ ਸਵਾਲ ਜੇ ਕਿਸੇ ਦਾ ਸੀ ਮੈਂ ਫਿਰ ਦੁਬਾਰਾ ਬੇਨਤੀ ਕਰਾਂ ਤੇ ਆਪ ਜੀ ਹੋਰ ਦੱਸ ਸਕਦੇ ਹੋ, ਤੇ ਫਿਰ ਨਹੀਂ ਤੇ ਆਪਾਂ ਸਮਾਪਤੀ ਕਰੀਏ। ਸੋ ਇਸੇ ਤਰ੍ਹਾਂ ਆਪ ਜੀ ਨੇ ਸ਼ਾਮ ਨੂੰ ਜੁੜਨਾ ਸੰਗਤ ਦੇ ਵਿੱਚ। ਇੰਨੀਆਂ ਕਿ ਬੇਨਤੀਆਂ ਪ੍ਰਵਾਨ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।